ਹੁਣ ਕੂੜੇ ਪ੍ਰਧਾਨ ਹੈ, ਝੂਠੇ ਪ੍ਰਧਾਨ ਹੈ। ਰਾਜਨੀਤੀ ਵਾਲੀ ਕੋਈ ਗੱਲ ਨਹੀਂ ਹੈਗੀ, ਸਿਰਫ ਕੁਰਸੀ ਨੂੰ ਹਥਿਆਉਣ ਦੀਆਂ ਗੱਲਾਂ ਚੱਲ ਰਹੀਆਂ ਨੇ। ਮੈਨੂੰ ਕਿਸ ਤਰੀਕੇ ਨਾਲ, ਕਿਵੇਂ, ਕਿੱਥੋਂ ਕੁਰਸੀ ਮਿਲ ਸਕਦੀ ਹੈ। 4.5 ਸਾਲ ਦੇ ਵਿੱਚ ਉਹਨਾਂ ਕੋਲ ਟਾਈਮ ਨਹੀਂ ਲੱਗਿਆ ਕਿ ਅਸੀਂ ਲੋਕਾਂ ਵਾਸਤੇ ਸੋਚੀਏ। ਹਾਂ, ਉਹਨੇ ਸੋਚਿਆ ਜ਼ਰੂਰ ਹੈ। ਉਹਨਾਂ ਨੇ ਸੋਚਿਆ ਆਪਣੇ ਬਾਰੇ। ਕੋਈ ਸ਼ਰਾਬ ਦੀਆਂ ਫੈਕਟਰੀਆਂ ਚਲਾ ਰਿਹਾ ਹੈ, ਕੋਈ ਰੇਤੇ ਦੀਆਂ ਖੱਡਾਂ ਚਲਾ ਰਿਹਾ ਹੈ, ਕੋਈ ਬੱਸਾਂ ਦੀ ਟਰਾਂਸਪੋਰਟ ਚਲਾ ਰਿਹਾ ਹੈ, ਕੋਈ ਕੇਬਲ ਮੀਡੀਆ ਚਲਾ ਰਿਹਾ ਹੈ। ਕਿਹੜਾ ਉਹ ਕੰਮ ਹੈ 2 ਨੰਬਰ ਦਾ ਜਿਹੜਾ ਇਹਨਾਂ ਦੇ ਐਮਐਲਏ ਨੇ ਨਹੀਂ ਕੀਤਾ। ਸਤਿ ਸ਼੍ਰੀ ਅਕਾਲ, ਮੈਂ ਲੱਕੀ ਮਾਨ ਤੇ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ A1 ਮੀਡੀਆ। ਅੱਜ ਪੰਜਾਬ ਦੀ ਹਰ ਇੱਕ ਜ਼ੁਬਾਨ ਦੇ ਉੱਪਰ ਜੇਕਰ ਕਿਸੇ ਗੱਲ ਦੀ ਚਰਚਾ ਹੋ ਰਹੀ ਹੈ ਤਾਂ ਉਹ ਹੈ ਜੀ ਰਾਜਨੀਤੀ ਦੀ। ਕਿਉਂਕਿ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਜੇਕਰ ਖਾਸ ਤੌਰ ਤੇ ਗੱਲ ਕਰੀਏ ਕਾਂਗਰਸ ਦੀ, ਤਾਂ ਇੰਨੀ ਜ਼ਿਆਦਾ ਉਥਲ-ਪੁਥਲ ਹੋ ਚੁੱਕੀ ਹੈ ਕਿ ਹਰ ਇੱਕ ਬੰਦਾ ਸਿਰਫ ਔਰ ਸਿਰਫ ਜੇਕਰ ਰਾਜਨੀਤੀ ਦੀ ਗੱਲ ਕਰ ਰਿਹਾ ਤਾਂ ਕਾਂਗਰਸ ਦੀ ਗੱਲ ਕਰ ਰਿਹਾ ਹੈ। ਸੋ ਕਾਂਗਰਸ ਦੇ ਵਿੱਚ ਇੰਨੀ ਜ਼ਿਆਦਾ ਉਥਲ-ਪੁਥਲ ਹੋਣ ਦਾ ਕਾਰਨ ਕੀ ਹੈ, ਸੋ ਇਹਨਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ, ਇਹਨਾਂ ਬਾਰੇ ਆਪਾਂ ਗੱਲ ਕਰਨ ਲਈ ਅੱਜ ਸਾਡੇ ਨਾਲ ਸਟੂਡੀਓ 'ਚ ਪਹੁੰਚੇ ਨੇਗੇ ਪ੍ਰੀਤਮ ਸਿੰਘ ਜੀ ਖਾਨਪੁਰ ਸਾਹਿਬ। ਸੋ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਸੋ ਖਾਨਪੁਰ ਸਾਹਿਬ, ਰਾਜਨੀਤੀ ਦੀ ਗੱਲ ਕਰੀਏ, ਤੁਸੀਂ ਲੰਮੇ ਟਾਈਮ ਤੋਂ ਰਾਜਨੀਤੀ ਨਾਲ ਜੁੜੇ ਹੋਏ ਹੋ। ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਰਾਜਨੀਤਿਕ ਉਥਲ-ਪੁਥਲ ਹੋ ਰਹੀ ਹੈ? ਮਾਨ ਸਾਹਿਬ, ਸੰਨ 47 ਤੋਂ ਲੈ ਕੇ ਹੁਣ ਤੱਕ 74 ਸਾਲ ਹੋ ਗਏ ਨੇ ਜੀ। ਜਿਹੋ ਜਿਹੀ ਰਾਜਨੀਤੀ ਇਸ ਟਾਈਮ ਹੋ ਰਹੀ ਹੈ, ਮੈਂ ਇਦਾਂ ਦੀ ਰਾਜਨੀਤੀ ਕਦੇ ਨਹੀਂ ਦੇਖੀ ਜੀ। ਉਹ ਜਿੱਦਾਂ ਕਿਸੇ ਨੇ ਕਿਹਾ, ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ। ਹੁਣ ਕੂੜੇ ਪ੍ਰਧਾਨ ਹੈ, ਝੂਠੇ ਪ੍ਰਧਾਨ ਹੈ। ਰਾਜਨੀਤੀ ਵਾਲੀ ਕੋਈ ਗੱਲ ਨਹੀਂ ਹੈਗੀ, ਸਿਰਫ ਕੁਰਸੀ ਨੂੰ ਹਥਿਆਉਣ ਦੀਆਂ ਗੱਲਾਂ ਚੱਲ ਰਹੀਆਂ ਨੇ। ਮੈਨੂੰ ਕਿਸ ਤਰੀਕੇ ਨਾਲ, ਕਿਵੇਂ, ਕਿੱਥੋਂ ਕੁਰਸੀ ਮਿਲ ਸਕਦੀ ਹੈ। ਕੁਰਸੀ ਦੀ ਗੱਲ ਕੀਤੀ ਹੈ ਜੀ। ਪਿਛਲੇ ਦਿਨੀ ਕਾਂਗਰਸ ਨੇ ਨਵਾਂ ਪ੍ਰਧਾਨ ਨਿਯੁਕਤ ਕੀਤਾ ਸੀ। ਗੱਲ ਕਰਾਂਗੇ ਜੀ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਨੂੰ ਕੁਰਸੀ ਮਿਲੀ, ਉਹਨਾਂ ਨੂੰ ਪ੍ਰਧਾਨ ਲਾਇਆ ਗਿਆ। ਲੇਕਿਨ ਉਹਨਾਂ ਦਾ ਇੱਕ ਬਹੁਤ ਵੱਡਾ ਬਿਆਨ ਪਿਛਲੇ ਦਿਨੀ ਆਇਆ ਸੀ ਕਿ ਮੈਂ ਇੱਟ ਨਾਲ ਇੱਟ ਖੜਕਾ ਦਾਂਗਾ ਜੇਕਰ ਮੈਨੂੰ ਮੇਰੇ ਅਧਿਕਾਰ ਨਾ ਮਿਲੇ। ਕਿਹੜੇ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਜੀ? ਮਾਨ ਸਾਹਿਬ, ਜਿਸ ਦਿਨ ਦੇ ਵੀ ਪ੍ਰਧਾਨ ਇਹਨਾਂ ਨੂੰ ਥਾਪਿਆ ਹੈ, ਸਹੁੰ ਚੁੱਕੀ ਹੈ, ਉਸ ਦਿਨ ਦੇ ਹੀ ਬਿਆਨਾਂ ਤੋਂ ਲਾ ਕੇ ਦੇਖ ਲਓ, ਇਹਦੇ ਅੰਦਰੋਂ ਅੱਗ ਹੀ ਨਿਕਲੀ ਹੈ। ਕੋਈ ਸ਼ਾਂਤੀ ਵਾਲੀ ਗੱਲ, ਕੋਈ ਪਿਆਰ ਵਾਲੀ ਗੱਲ, ਕੋਈ ਏਕਤਾ ਵਾਲੀ ਗੱਲ, ਕੋਈ ਪਾਰਟੀ ਨੂੰ ਜਥੇਬੰਦ ਕਰਨ ਵਾਲੀ ਗੱਲ ਨਹੀਂ ਨਿਕਲੀ ਹੈਗੀ। ਇਹਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਇੱਕ ਕਿਸ ਤਰ੍ਹਾਂ ਕੁਰਸੀ ਨੂੰ ਹਥਿਆਉਣਾ ਹੈ, ਕਿਸ ਤਰ੍ਹਾਂ ਇਹ ਕੁਰਸੀ ਜੋ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਕੋਲ ਹੈ, ਇਸ ਨੂੰ ਕਿਸ ਤਰ੍ਹਾਂ ਕੁਰਸੀ ਤੋਂ ਵਿਹਲਾ ਕਰਨਾ ਹੈ, ਇਹਨੇ ਸਾਰੇ ਹੱਥ ਕੰਡੇ ਵਰਤੇ ਨੇ ਤੇ ਵਰਤ ਰਿਹਾ ਤੇ ਵਰਤੇਗਾ ਵੀ। ਨਹੀਂ, ਗੱਲ ਇਹ ਹੈ ਜੀ, ਉਹਨਾਂ ਨੂੰ ਆਲਰੇਡੀ ਪ੍ਰਧਾਨ ਬਣਾਇਆ ਜਾ ਚੁੱਕਿਆ ਗਾ। ਕਾਂਗਰਸ ਦਾ, ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਤਾ। ਬਿਲਕੁਲ, ਮੈਂ ਮੰਨਦਾ ਜੀ। ਇਹ ਪ੍ਰਧਾਨ ਬਣਨ ਤੋਂ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਤਾਂ ਇਹਦੇ ਕੋਲ ਕੁਝ ਵੀ ਨਹੀਂ ਸੀਗਾ, ਪਹਿਲਾਂ ਤਾਂ ਇਹ ਬਾਹਰ ਰੌਲਾ ਪਾਉਂਦਾ ਸੀ। ਲੇਕਿਨ ਹੁਣ ਜਿੱਦਣ ਦਾ ਇਹ ਪ੍ਰਧਾਨ ਬਣਿਆ, ਹੁਣ ਜੋ ਇਹਦੀਆਂ ਗਤੀਆਂ ਵਿਧੀਆਂ ਨੇ ਉਹ ਤੁਹਾਡੇ ਸਾਹਮਣੇ ਨੇ। ਨਹੀਂ, ਉਹ ਕਹਿ ਰਹੇ ਨੇ ਵੀ ਮੈਨੂੰ ਡੰਮੀ ਪ੍ਰਧਾਨ ਬਣਾਇਆ ਗਿਆ ਗਾ। ਡੰਮੀ ਦਾ ਕੀ ਮਤਲਬ ਹੈ ਜੀ? ਕਿ ਉਹ ਪੂਰਨ ਪ੍ਰਧਾਨ ਨਹੀਂ ਹੈਗੇ? ਦੇਖੋ, ਉਹਦੀ ਸੋਚ, ਉਹਦੀ ਆਪਣੀ ਸੋਚ ਹੈ। ਡੰਮੀ ਦਾ ਪ੍ਰਧਾਨ ਤਾਂ ਜਦੋਂ ਉਸ ਐਡੀ ਵੱਡੀ ਪਾਰਟੀ ਨੂੰ ਪ੍ਰਧਾਨ ਬਣਾਇਆ, ਮੈਂ ਤਾਂ ਸਮਝਦਾ ਵੀ ਕਿ ਪ੍ਰਧਾਨ ਦੋ ਹੁੰਦੇ, ਡੰਮੀ ਵੀ ਹੁੰਦਾ ਹੈ, ਕੋਈ ਅਸਲੀ ਵੀ ਹੁੰਦਾ ਹੈ। ਉਹ ਤਾਂ ਉਸੇ ਨੂੰ ਪਤਾ ਹੋਊਗਾ, ਕਿਉਂਕਿ ਮੈਂ ਤਾਂ ਸੁਣਿਆ ਵੀ ਇਸ ਤੋਂ ਪਹਿਲਾਂ ਵੀ ਕੋਈ ਡੰਮੀ ਪ੍ਰਧਾਨ ਸੀਗਾ। ਇਹ ਆਪਣੇ ਆਪ ਇਹਨੇ ਡੰਮੀ ਦੀ ਖੋਜ ਕੱਢੀ ਹੈ ਵੀ ਡੰਮੀ ਪ੍ਰਧਾਨ ਬਣਾਇਆ। ਜਦੋਂ ਕਿ ਪ੍ਰਧਾਨਗੀ ਮਿਲਣ ਤੋਂ ਬਾਅਦ ਪਹਿਲਾਂ ਤਾਂ ਜੀ ਪ੍ਰਧਾਨਗੀ ਪਿੱਛੇ ਕਿੰਨੇ ਰੌਲੇ ਪਏ। ਚਲੋ, ਇਹ ਹੱਥ ਕੰਡੇ ਮਾਰ ਕੇ ਸਾਰੇ ਕਰਕੇ ਪ੍ਰਧਾਨਗੀ ਇਹਨੇ ਲੈ ਲਈ ਤੇ ਪਾਰਟੀ ਨੇ ਵੀ ਸੋਚਿਆ, ਦਿੱਲੀ ਵਾਲੀ ਪਾਰਟੀ ਨੇ, ਬਈ ਪੰਜਾਬ ਦੀਆਂ ਚੋਣਾਂ ਜੋ ਹੈ ਨੇ ਉਹ ਸਿਰ ਤੇ ਆਈਆਂ ਨੇ, ਕਿਵੇਂ ਨਾ ਕਿਵੇਂ ਇਹਨਾਂ ਨੂੰ ਇਕੱਠੇ ਕਰਕੇ, ਇਕਜੁੱਟ ਕਰਕੇ 22 ਦੀਆਂ ਇਲੈਕਸ਼ਨਾਂ ਜਿੱਤੀਆਂ ਜਾਣ। ਪਰ ਇਹ ਪ੍ਰਧਾਨ ਬਣਨ ਤੋਂ ਬਾਅਦ ਜੋ ਪ੍ਰਧਾਨ ਦੇ ਰੋਲ ਹੁੰਦੇ ਨੇ, ਜੋ ਪਾਰਟੀ ਨੂੰ ਇਕਜੁੱਟ ਕਰਕੇ ਚਲਾਉਣਾ ਹੁੰਦਾ, ਉਸ ਤਰ੍ਹਾਂ ਇਹ ਚੱਲਿਆ ਨਹੀਂ, ਨਾ ਇਹ ਚੱਲ ਰਿਹਾ ਹੈ। ਸੋ ਦੂਸਰੀ ਹੁਣ ਗੱਲ ਕਰੀਏ ਜੀ, ਇਹਦੇ ਜੋ ਮੁੱਦਿਆਂ ਦੀ ਗੱਲ, ਜ਼ਿਆਦਾ ਮੁੱਦੇ ਕਾਂਗਰਸ 'ਚ ਉਲਝੇ ਹੋਏ ਨੇ, ਆਪਸ ਦੇ ਵਿੱਚ ਉਲਝੀ ਹੋਈ ਕਾਂਗਰਸ। ਇਹਨਾਂ ਦੇ ਸਲਾਹਕਾਰ ਨੇ ਜੀ ਮਾਲਵਿੰਦਰ ਸਿੰਘ ਮਾਲੀ ਜਾਸੀ, ਜਿਨ੍ਹਾਂ ਨੇ ਅਸਤੀਫਾ ਵੀ ਦਿੱਤਾ ਪਿਛਲੇ ਦਿਨ ਵਿੱਚ। ਉਹਨਾਂ ਦੇ ਬਿਆਨਾਂ ਦੇ ਉੱਪਰ ਕਾਂਗਰਸ ਦੇ CM ਕੈਪਟਨ ਅਮਰਿੰਦਰ ਸਿੰਘ ਬਹੁਤ ਜ਼ਿਆਦਾ ਤੱਤੇ ਦਿਖਾਈ ਦਿੱਤੇ। ਉਹਨਾਂ ਨੂੰ ਤੇਵਰ ਬੜੇ ਸਖਤ ਸੀਗੇ, ਸਖਤ ਲਹਿਜੇ ਵਿੱਚ ਉਹਨਾਂ ਨਾਲ ਗੱਲ ਕਰਦੇ ਸੀ ਕਿ ਉਹਨਾਂ ਦੇ ਜੋ ਬਿਆਨ ਸੀ, ਭਾਵੇਂ ਕਿ ਹਰੀਸ਼ ਰਾਵਤ ਜੀ, ਉਹਨਾਂ ਨੇ ਇਹ ਕਿਹਾ ਸੀ ਵੀ ਜੋ ਮਾਲਵਿੰਦਰ ਸਿੰਘ ਮਾਲੀ ਦੇ ਬਿਆਨ ਸੀਗੇ ਉਹ ਉਹਨਾਂ ਦੇ ਨਿੱਜੀ ਬਿਆਨ ਸੀਗੇ। ਤੁਸੀਂ ਕਿਸ ਹੱਦ ਤੱਕ ਸਹਿਮਤ ਹੋ ਵੀ ਉਹਨਾਂ ਨਿੱਜੀ ਬਿਆਨ ਸੀ, ਉਹਨਾਂ ਦੇ ਪਿੱਛੇ ਸਿੱਧੂ ਦਾ ਕਿਤੇ ਕੋਈ ਹੱਥ ਨਹੀਂ ਸੀ? ਸਿੱਧੂ ਸਾਹਿਬ ਨੇ ਪ੍ਰਧਾਨ ਬਣਨ ਤੋਂ ਬਾਅਦ ਆਪਣੇ 4 ਸਲਾਹਕਾਰ ਨਿਯਤ ਕੀਤੇ।
ਜੀ ਜਿਨ੍ਹਾਂ ਦੇ ਵਿੱਚ ਡੀਜੀਪੀ ਮੁਸਤਫਾ ਜੀ ਸੀਗੇ, ਜੀ ਉਹ ਅਸਤੀਫਾ ਦੇ ਗਏ ਸੀ। ਉਹਨੇ ਸਮਰਥਾ ਕਹਿੰਦੇ ਮੈਂ ਨਹੀਂ ਕਰਨਾ, ਉਹਨਾਂ ਨੂੰ ਕਿਸੇ ਹੋਰ ਉਹਦੇ ਉੱਤੇ ਉਹਨੇ ਪਹਿਲਾਂ ਹੀ ਮਨਾ ਕਰਤਾ ਉਹਨੇ ਸੀ ਪਹਿਲੇ ਹੀ ਮਨਾ ਕਰਤਾ। ਜੀ। ਦੂਜੇ ਨੰਬਰ ਦੇ ਉੱਤੇ ਡਾਕਟਰ ਜੀ ਗਰਗ ਸਾਹਿਬ, ਉਹਨਾਂ ਨੇ ਕਿਹਾ ਵੀ ਹਾਂ ਮੈਨੂੰ ਪ੍ਰਧਾਨ ਦੀ ਸੇਵਾ ਤੇ ਮੈਂ ਜਿੰਨਾ ਵੀ ਹੋ ਸਕਿਆ ਉਹ ਸੇਵਾ। ਤੀਜਾ ਮਾਲਵਿੰਦਰ ਸਿੰਘ ਜੀ ਮਾਲੀ, ਤੇ ਚੌਥਾ ਪ੍ਰਧਾਨ ਜਿਹੜਾ ਉਹਨਾਂ ਨੇ ਕੀਤਾ। ਪਰ ਇਹਨਾਂ ਦੇ ਵਿੱਚੋਂ ਜ਼ਿਆਦਾ ਜੋ ਐਕਟਿਵ ਸੀਗੇ ਜੀ ਇਹ ਦੋ ਸੀਗੇ, ਡਾਕਟਰ ਗਰਗ ਤੇ ਮਾਲਵਿੰਦਰ ਸਿੰਘ ਮਾਲੀ। ਮੈਂ ਮਾਲਵਿੰਦਰ ਮਾਲੀ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਮੇਰੇ ਪੁਰਾਣੇ ਮਿੱਤਰ ਵੀ ਨੇ, ਕਿਉਂਕਿ ਸਰਦਾਰ ਗੁਰਚਰਨ ਸਿੰਘ ਟੌੜਾ ਦੇ ਟਾਈਮ ਇਹ ਖਾੜਕੂਵਾਦ ਲਹਿਰ ਦੇ ਵਿੱਚ ਇਹਨਾਂ ਨੇ ਕਾਫੀ ਹਿੱਸਾ ਪਾਇਆ ਤੇ ਟੌੜਾ ਸਾਹਿਬ ਦੀ ਛਤਰ ਛਾਇਆ ਕਰਕੇ ਇਹਨਾਂ ਨੂੰ ਕਈ ਕੇਸਾਂ ਤੋਂ ਬਚਾਉਣ ਤੋਂ ਬਾਅਦ ਆਪਣੇ ਨਾਲ ਰੱਖਿਆ। ਨਾਲ ਰੱਖਣ ਤੋਂ ਬਾਅਦ ਇਹ ਉਹਨਾਂ ਦੇ ਪੋਲੀਟੀਕਲ ਸੈਕਟਰੀ ਵੀ ਆਪਣੇ ਆਪ ਨੂੰ ਕਹਾਉਂਦੇ ਰਹੇ। ਟੌੜਾ ਸਾਹਿਬ ਬਣਨ ਤੋਂ ਬਾਅਦ ਇਹਨਾਂ ਦੇ ਅਕਾਲੀ ਦਲ ਦੇ ਵਿੱਚ ਪੈਰ ਨਹੀਂ ਜਮੇ ਹੈਗੇ। ਇਹ ਉਸ ਤੋਂ ਬਾਅਦ ਇਹਨਾਂ ਨੂੰ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੂੰ ਕੋਈ ਸੇਵਾ ਸੰਭਾਲਤੀ। ਉਹ ਸੇਵਾ ਸੰਭਾਲ ਦੇ ਵਿੱਚੋਂ ਵੀ ਇਹ ਛੱਡ ਕੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਪ੍ਰਾਈਵੇਟ ਟੀਚਰ ਦੀ ਨੌਕਰੀ ਕੀਤੀ। ਹੁਣ ਇਹ ਪ੍ਰਾਈਵੇਟ ਟੀਚਰ ਦੇ ਤੌਰ ਤੇ ਵੀ ਕਿਸੇ ਸੇਵਾ ਕਰ ਰਹੇ ਸੀ ਜਾਂ ਸਰਕਾਰੀ ਕਰ ਰਹੇ ਸੀ, ਮੇਰਾ ਖਿਆਲ ਹੈ ਟੀਚਰ ਸੀਗੇ, ਪਰ ਇਹ ਲਿਖਦੇ ਕੁਛ ਨਾ ਕੁਛ ਰਹੇ ਹੈ। ਪਰ ਇਹਨਾਂ ਦਾ ਸੁਭਾਅ ਸੀ ਸ਼ੁਰੂ ਤੋਂ ਹੀ ਉਹ ਗਰਮ ਤੱਤੇ ਸੁਭਾਅ ਦਾ, ਤੇ ਇਦਾਂ ਦੀ ਗੱਲ ਕਰਨੀ ਜਿਸ ਤਰ੍ਹਾਂ ਕਿ ਪਹਿਲਾਂ ਖਾੜਕੂ ਸਾਡੇ ਕਰਦੇ ਹੁੰਦੇ ਸਨ। ਉਹ ਤਬੀਅਤ, ਉਹ ਨੇਚਰ ਇਹਨਾਂ ਦੀ ਗਈ ਨਹੀਂ। ਹੁਣ ਵੀ ਇਹਨਾਂ ਨੇ ਆਪਣਾ ਇਹਨਾਂ ਦਾ ਸਲਾਹਕਾਰ ਬਣਨ ਤੋਂ ਬਾਅਦ ਪਹਿਲਾਂ ਹੀ ਬਿਆਨ ਲਾਇਆ ਵੀ ਜੋ J&K ਹੈ, ਕਸ਼ਮੀਰ ਹੈ, ਇਹ ਹਿੰਦੁਸਤਾਨ ਜਾਂ ਪਾਕਿਸਤਾਨ ਦਾ ਹਿੱਸਾ ਨਹੀਂ, ਉਹ ਇੱਕ ਲਹਿਦਾ ਇੰਡੀਪੈਂਡੈਂਟ ਸਟੇਟ ਹੈ, ਜਿਹੜੀ ਕਿ ਇੱਕ ਬਹੁਤ ਵੱਡਾ ਇਹਨਾਂ ਦਾ ਬਿਆਨ ਸੀ। ਕਿਉਂਕਿ ਅਸੀਂ ਲੜਦੇ ਆ ਰਹੇ ਹਾਂ ਕਸ਼ਮੀਰ ਦੇ ਪਿੱਛੇ, ਸਾਡੇ ਹਜ਼ਾਰਾਂ ਹੀ ਪੰਜਾਬੀ ਨੌਜਵਾਨ, ਸਾਡੇ ਹਿੰਦੁਸਤਾਨ ਦੇ ਨੌਜਵਾਨ ਫੌਜਾਂ ਦੇ ਵਿੱਚ, ਮਿਲਟਰੀਆਂ ਦੇ ਵਿੱਚ, BSF ਦੇ ਵਿੱਚ, ITBT ਦੇ ਵਿੱਚ ਉੱਥੇ ਇੰਨੀਆਂ ਸ਼ਹਾਦਤਾਂ ਦੇ ਚੁੱਕੇ ਨੇ, ਸਿਰਫ ਉੱਥੇ ਆਪਣਾ ਹੱਕ ਦਿਵਾਉਣ ਵਾਸਤੇ ਵੀ ਸਾਡਾ ਇਹ ਹੈ, ਕਿਉਂਕਿ ਹੈ ਹੀ ਕਸ਼ਮੀਰ ਸਾਡਾ। ਆਲਰੇਡੀ ਰਾਜਾ ਹਰੀ ਸਿੰਘ ਨੇ ਵੀ ਰਲੇਵਾਂ ਕੀਤਾ ਸੀ ਆਪਣੀ ਸਰਕਾਰ ਦੇ ਵਿੱਚ ਜਦੋਂ ਆਜ਼ਾਦ ਹੋਇਆ ਸੀ ਭਾਰਤ। ਇਹ ਤੁਸੀਂ ਬਹੁਤ ਵਧੀਆ ਕਹਿੰਦੇ, ਹਰੀ ਸਿੰਘ ਨੇ ਜਦੋਂ ਰਲੇਵਾਂ ਹੋਇਆ ਉਸ ਟਾਈਮ ਇਹ ਪੰਜਾਬ ਦੇ ਹਿੱਸਾ ਸੀ। ਉਸ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਉਸ ਰਾਜ ਦੇ ਰਾਜੇ ਰਹੇ ਨੇ। ਕਸ਼ਮੀਰ ਅਫਗਾਨਿਸਤਾਨ ਤੋਂ ਲੈ ਕੇ ਪੂਰਾ ਇਲਾਕਾ ਸਿੱਖ ਰਾਜ ਦੇ ਵਿੱਚ ਸੀਗੇ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ। ਇਹ ਉਸ ਰਾਜ ਨੂੰ ਕੀਤੇ ਹੋਏ ਨੂੰ ਇਹ ਦੱਸ ਰਹੇ ਨੇ ਕਿ ਇਹ ਨਾ ਹਿੰਦੁਸਤਾਨ ਦਾ ਹਿੱਸਾ ਨਹੀਂ ਹੈਗਾ, ਜਿਹਦੇ ਪਿੱਛੇ ਬੜਾ ਰੌਲਾ ਪਿਆ। ਉਸ ਰੌਲੇ ਤੋਂ ਬਾਅਦ ਜੋ ਪੁਆੜੇ ਦਿੱਲੀ ਤੱਕ ਪਏ ਤੇ ਦਿੱਲੀ ਵਾਲਿਆਂ ਨੇ ਕਿਹਾ ਵੀ ਜੋ ਇਹ ਬਿਆਨ ਨੇ ਦੇਸ਼ ਦੇ ਹਿੱਤਾਂ ਦੇ ਵਾਸਤੇ ਨੇ, ਇਸ ਲਈ ਇਹਨਾਂ ਨੂੰ ਸਲਾਹਕਾਰ ਵਜੋਂ ਤੁਸੀਂ ਹਟਾਓ। ਪਰ ਇਹਨਾਂ ਨੇ ਹਟਾਉਣਾ ਕੀ ਸੀਗਾ, ਸਮਕਾ ਉਲਟਾ ਸੈਂਟਰ ਨੂੰ ਕਹਿਣ ਲੱਗਿਆ ਕਿ ਮੈਨੂੰ ਪੂਰੇ ਹੱਕ ਹਕੂਕ ਦਿਓ ਕਿ ਜੋ ਮੈਂ ਕਰਾਂ ਮੈਂ ਇੰਡੀਪੈਂਡੈਂਟ ਤੌਰ ਤੇ ਕਰਾਂ। ਜਿਵੇਂ ਸਰ ਤੁਸੀਂ ਨੇ ਕਿਹਾ ਵੀ ਮਾਲੀ ਸਾਹਿਬ ਲੰਮੇ ਟਾਈਮ ਤੋਂ ਰਾਜਨੀਤੀ ਦੇ ਵਿੱਚ ਨੇਗੇ, ਰਾਜਨੀਤੀ ਦੀ ਹਰ ਇੱਕ ਬਰੀਕੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਜਿਵੇਂ ਤੁਸੀਂ ਕਿਹਾ ਵੀ ਉਹ ਟੌੜਾ ਸਾਹਿਬ ਦੇ ਵੀ ਨੇੜੇ ਨੇ, ਹੁਣ ਅੱਛੇ ਅਹੁਦੇ ਉੱਪਰ ਨੇ, ਪ੍ਰਧਾਨ ਦੇ ਸਲਾਹਕਾਰ ਨੇ। ਲੇਕਿਨ ਸੋਚਣ ਵਾਲੀ ਗੱਲ ਇਹ ਹੈ ਜੀ ਵੀ ਸਲਾਹਕਾਰ ਹੋਣ ਤੋਂ ਬਾਅਦ ਉਹਨਾਂ ਦਾ ਬਿਆਨ ਇਸ ਤਰ੍ਹਾਂ ਦਾ ਆ ਰਿਹਾ, ਇਹ ਕਿਉਂਕਿ ਸੋਚ ਸਿਰਫ ਸਲਾਹਕਾਰ ਬਣਨ ਤੋਂ ਬਾਅਦ ਆਈ ਹੈ, ਜਾਂ ਉਹਨਾਂ ਨੇ ਕਦੇ ਪਹਿਲਾਂ ਅੱਜ ਤੱਕ ਸੋਚੀ ਨਹੀਂ ਸੀ ਵੀ ਕਸ਼ਮੀਰ ਬਾਰੇ ਮੈਂ ਪਹਿਲਾਂ ਹੀ ਬੋਲਾਂ, ਕਿ ਇਹ ਸੋਚੀ ਸਮਝੀ ਰਾਜਨੀਤੀ ਦੇ ਤਹਿਤ ਬਿਆਨ ਦਿੱਤੇ ਗਏ ਨੇ ਜੀ? ਮੈਂ ਸਮਝਦਾ ਕਿ ਜੋ ਸਲਾਹਕਾਰ ਨੇ ਉਹ ਪ੍ਰਧਾਨ ਨੂੰ ਸਲਾਹ ਦੇ ਸਕਦੇ ਨੇ ਜੀ, ਉਹ ਲੇਕਿਨ ਆਪਣਾ ਬਿਆਨ ਉਹਨਾਂ ਦਾ ਕੋਈ ਹੱਕ ਨਹੀਂ ਰੱਖਦਾ ਹੈਗਾ ਜੀ, ਕਿਉਂਕਿ ਉਹ ਸਲਾਹਕਾਰ ਪ੍ਰਧਾਨ ਦੇ ਨੇ। ਪ੍ਰਧਾਨ ਨੇ ਆਪਣੇ ਐਡਵਾਈਜ਼ਰ ਆਪ ਸਲਾਹ ਲੈਣ ਵਾਸਤੇ ਉਹ, ਜੇਕਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਸੀ, ਇਹ ਸਿੱਧੇ ਸਿੱਧੂ ਸਾਹਿਬ ਨੂੰ ਪ੍ਰਧਾਨ ਨੂੰ ਕਹਿੰਦੇ ਵੀ ਦੇਖੋ ਇਹ ਜਿਹੜਾ ਇਹ ਕਸ਼ਮੀਰ ਹੈ ਇਹ ਸਾਡਾ ਨਹੀਂ ਹੈਗਾ, ਉਹ ਆਪੇ ਸੋਚ ਜਾਈ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ। ਲੇਕਿਨ ਇਹਨਾਂ ਨੂੰ ਇੰਡੀਪੈਂਡੈਂਟ ਤੌਰ ਤੇ ਇਹ ਬਿਆਨ ਨਹੀਂ ਸੀ ਦੇਣੇ ਚਾਹੀਦੇ, ਜਿਹੜੇ ਕਿ ਬਿਆਨ ਦੇਸ਼ ਦੇ ਹਿੱਤ ਦੇ ਲਈ ਨਹੀਂ। ਦੂਜੀ ਰਹੀ ਗੱਲ, ਮੈਂ ਸਮਝਦਾ ਜਿਹੜੀ ਇਹ ਚੱਲ ਰਹੀ ਹੈ ਇਹਨਾਂ ਦੀ ਖਿੱਚੋਤਾਣ ਕਾਂਗਰਸ ਦੀ ਆਪਸ ਦੇ ਵਿੱਚ ਚੱਲ ਰਹੀ ਹੈ, ਇਹਨਾਂ ਦਾ ਇਹ ਆਪਸ ਦੇ ਵਿੱਚ ਇੱਕ ਮਿਲਿਆ ਭੁਗਤਾ ਡਰਾਮਾ ਹੈ, ਕਿਉਂਕਿ 4.5 ਸਾਲ ਦੇ ਵਿੱਚ ਕਾਂਗਰਸ ਨੇ ਕੁਝ ਨਹੀਂ ਕੀਤਾ ਹੈ। ਹਾਂ, ਮੈਂ ਇਸ ਸਵਾਲ ਤੇ ਆਉਣ ਲੱਗਾ ਸੀਗਾ ਜੀ ਖਾਨਪੁਰ ਸਾਹਿਬ, ਵੀ ਹੋ ਸਕਦਾ ਕਿਉਂਕਿ ਰੋਪ ਪ੍ਰਤੀਰੋਪ ਇੱਕ ਦੂਜੇ ਉੱਪਰ ਲੱਗ ਰਹੇ ਨੇ, ਆਪਸ ਦੇ ਵਿੱਚ ਹੀ ਲਗਾ ਰਹੇ ਨੇ। ਸੋਚਣ ਵਾਲੀ ਗੱਲ ਇਹ ਹੈ ਵੀ ਆਪੋਜੀਸ਼ਨ ਪਾਰਟੀ ਕਾਂਗਰਸ ਦੇ ਉੱਪਰ ਇਲਜ਼ਾਮ ਨਹੀਂ ਲਗਾ ਰਹੀ, ਜਿੰਨੇ ਇਲਜ਼ਾਮ ਲੱਗ ਰਹੇ ਨੇ ਸਿੱਧੂ ਦੇ ਉੱਪਰ ਉਹ ਕੈਪਟਨ ਤੁਹਾਡੇ ਵੱਲੋਂ ਲੱਗ ਰਹੇ ਨੇ, ਤੇ ਜਿੰਨੇ ਕੈਪਟਨ ਦੇ ਉੱਪਰ ਉਂਗਲੀਆਂ ਉੱਠ ਰਹੀਆਂ ਨੇ ਉਹ ਸਿੱਧੂ ਤੁਹਾਡੇ ਵੱਲੋਂ ਉੱਠ ਰਹੀਆਂ ਨੇਗੀਆਂ। ਕਿਤੇ ਇਹ ਤਾਂ ਨਹੀਂ ਵੀ ਕਿਉਂਕਿ 4.5 ਸਾਲ ਵਿੱਚ ਕਾਂਗਰਸ ਸਰਕਾਰ ਨੇ ਆਪਣੀਆਂ ਪ੍ਰਾਪਤੀਆਂ ਜੋ ਗਿਣਿਆ ਰਹੇ ਨੇ ਉਹਨਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਕੀਤਾ, ਸਿਰਫ ਔਰ ਸਿਰਫ ਡਰਾਮੇਬਾਜ਼ੀ 4.5 ਸਾਲ ਚੱਲੀ ਹੈ, ਉਹਨਾਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਕਿਤੇ ਆਪਸੀ ਰਲ ਮਿਲ ਕੇ ਮੈਚ ਤਾਂ ਨਹੀਂ ਖੇਡਿਆ ਜਾ ਰਿਹਾ? ਬਿਲਕੁਲ ਮਾਨ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈ। 4.5 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਸਿਸਵਾ ਪੈਲਸ ਤੋਂ ਬਾਹਰ ਨਹੀਂ ਨਿਕਲੇ ਹੈਗੇ।
ਉਹਨਾਂ ਨੇ ਉੱਥੇ ਹੀ ਆਪਣਾ ਦਫ਼ਤਰ ਬਣਾਇਆ ਤੇ ਮਿਲਦੇ ਵੀ ਉਹ ਆਪਣੇ ਖਾਸ ਬੰਦਿਆਂ ਨੂੰ ਸੀਗੇ, ਆਮ ਕੋਈ ਬੰਦਾ ਉਹਨਾਂ ਨੂੰ ਮਿਲ ਵੀ ਨਹੀਂ ਸਕਦਾ ਸੀ। ਉਹਨਾਂ ਦੇ ਐਡਵਾਈਜ਼ਰ ਜਾਂ ਉਹਨਾਂ ਦੇ ਕੋਈ ਵਿਦੇਸ਼ੀ ਦੋਸਤ, ਚਾਹੇ ਉਹ ਪਾਕਿਸਤਾਨ ਦੇ ਹੋਣ, ਚਾਹੇ ਅਫਗਾਨਿਸਤਾਨ ਦੇ ਹੋਣ, ਚਾਹੇ ਰਾਜਸਥਾਨ ਦੇ ਹੋਣ, ਚਾਹੇ ਦਿੱਲੀ ਦੇ ਹੋਣ, ਕਿਤੇ ਦੇ ਵੀ ਹੋਣ, ਉਹਨਾਂ ਵਾਸਤੇ ਹੀ ਸਿਸਵਾ ਪੈਲਸ ਦੇ ਦਰਵਾਜ਼ੇ ਖੁੱਲ੍ਹੇ ਸੀ। ਆਮ ਕਿਸੇ ਮੰਤਰੀ ਦੀ ਵੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਜਾ ਕੇ ਮਹਾਰਾਜ ਸਾਹਿਬ ਨਾਲ ਗੱਲ ਕਰ ਲੇ। ਪਰ ਆ ਜੋ ਹੁਣ ਡਰਾਮਾ ਇਹਨਾਂ ਨੇ ਰਚਿਆ, ਇਹ ਲੋਕਾਂ ਦੇ 4.5 ਸਾਲ ਦੀਆਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਤੇ ਲੋਕਾਂ ਦਾ ਧਿਆਨ ਉਧਰੋਂ ਮਟਾਉਣ ਵਾਸਤੇ ਇੱਧਰ ਲਾਉਣ ਦਾ ਕਰ ਰਿਹਾ, ਜਿਹੜਾ ਕਿ ਲੋਕ ਸਮਝਦੇ ਨੇ। ਸੋ ਇੱਕ ਖਾਨਪੁਰ ਸਾਹਿਬ ਗੱਲ ਹੋਰ ਕਲੀਅਰ ਕਰਿਓ, ਤਕਰੀਬਨ ਜਿੰਨੇ ਵੀ ਐਮਐਲਏ ਨੇ ਕਾਂਗਰਸ ਦੇ ਪੰਜਾਬ ਦੇ ਅੰਦਰ, ਜਦੋਂ ਸਿੱਧੂ ਸਖਤੀ ਪ੍ਰਦਰਸ਼ਨ ਕਰਨ ਲੱਗਦਾ ਜਾਂ ਮੱਥਾ ਟੇਕਣ ਹਰਮੰਦਰ ਸਾਹਿਬ ਜਾਂਦਾ ਹੈ, ਉਹਦੇ ਵਿੱਚੋਂ 40 ਤੋਂ 50 ਜੋ ਐਮਐਲਏ ਨੇ ਸਿੱਧੂ ਸਾਹਿਬ ਦੇ ਬਗਲ 'ਚ ਬੈਠੇ ਹੁੰਦੇ ਨੇ। ਤੇ ਹੁਣ ਪਿੱਛੇ ਜੇ ਇਹਨਾਂ ਨੇ ਰਾਤਰੀ ਭੋਜ ਦੇ ਉੱਪਰ ਐਮਐਲਏ ਸਾਹਿਬ ਨੂੰ ਬੁਲਾਇਆ ਸੀ ਜੀ, ਜਦੋਂ ਕਿ ਜਿਵੇਂ ਤੁਸੀਂ ਗੱਲ ਕਹੀ 4.5 ਸਾਲ ਤੱਕ ਉਹ ਆਪਣੇ ਮੰਤਰੀ ਨੂੰ ਨਹੀਂ ਮਿਲੇ। ਐਮਐਲਏ ਦੂਰ ਦੀ ਗੱਲ ਹੈ ਜਾਂ ਆਮ ਜਨਤਾ ਦੂਰ ਦੀ ਗੱਲ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਰਾਤਰੀ ਭੋਜ ਦੇ ਉੱਪਰ ਰਾਣਾ ਸੋਢੀ ਨੂੰ ਬੁਲਾਇਆ, ਪੱਠਲ ਜੀ ਨੂੰ ਨਹੀਂ ਰਾਣਾ ਸੋਢੀ ਦੇ ਘਰ ਕੀਤਾ, ਰਾਣਾ ਸੋਢੀ ਦੇ ਘਰ ਜੋ ਰਾਤਰੀ ਭੋਜ ਹੋਇਆ ਸੀਗਾ, ਉੱਥੇ ਪੱਠਲ ਸਾਹਿਬ ਮੈਡਮ ਨੂੰ ਬੁਲਾਇਆ ਸੀ, ਹਾਲਾਂਕਿ ਉੱਥੇ ਨਹੀਂ ਪਹੁੰਚੇ। ਕੀ ਕਾਰਨ ਸੀ ਵੀ ਉਹਨਾਂ ਨੂੰ 40-50 ਐਮਐਲਏ ਇਕੱਠੇ ਕਰਕੇ ਉੱਥੇ ਭੋਜਨ ਕਰਨਾ ਪੈ ਗਿਆ, ਜਦੋਂ ਕਿ 4.5 ਸਾਲ ਉਹ ਮਿਲੇ ਨਹੀਂ? ਕੀ ਇਹ ਇੱਕ ਸ਼ਕਤੀ ਪ੍ਰਦਰਸ਼ਨ ਸੀ ਲੋਕਾਂ ਦੇ ਲਈ ਸੀ ਜਾਂ ਸਿੱਧੂ ਦੇ ਲਈ ਸੀ ਇਹ ਸ਼ਕਤੀ ਪ੍ਰਦਰਸ਼ਨ? ਦੇਖੋ, ਜਦੋਂ ਸਿੱਧੂ ਸਾਹਿਬ ਨੇ ਜੀ ਆਪਣੀ ਪਹਿਲੇ ਦਿਨ ਮੀਟਿੰਗ ਕੀਤੀ, ਉਹਨੇ ਕਿਹਾ 60 ਐਮਐਲਏ ਮੇਰੇ ਨਾਲ ਨੇ ਜੀ। ਜਦੋਂ ਉਹਨੇ ਕਿਹਾ 60 ਐਮਐਲਏ ਨੇ, 80 ਐਮਐਲਏ, 60 ਐਮਐਲਏ ਨੂੰ ਵੀ, ਇਹ 58 ਐਮਐਲਏ ਚਾਹੀਦੇ ਨੇ ਸਰਕਾਰ ਵਾਸਤੇ। ਜੇ 60 ਉਧਰ ਚਲੇ ਗਏ ਤਾਂ ਮੇਰੀ ਸਰਕਾਰ ਨੂੰ ਕਿਸੇ ਟਾਈਮ ਵੀ ਨੋ ਕੌਨਫੀਡੈਂਸ ਦਾ ਮਤਾ ਲਿਆ ਕੇ ਘੇਰ ਸਕਦੇ ਨੇ। ਇਸ ਲਈ ਉਹਨਾਂ ਨੇ ਇਹ ਕਿਹਾ ਬਈ ਮੈਂ ਵੀ ਦਿਖਾਵਾਂ ਵੀ ਮੇਰੇ ਨਾਲ ਕਿੰਨੇ ਨੇ। ਉਸ ਦੇ ਇਵਜ਼ ਦੇ ਵਿੱਚ ਰਾਣਾ ਸੋਢੀ ਨੇ ਆਪਣੇ ਘਰ ਕੋਠੀ ਦੇ ਵਿੱਚ ਡਿਨਰ ਦਿੱਤਾ, ਜਿਹਦੇ ਵਿੱਚ ਇਹਨਾਂ ਨੇ ਦੱਸਿਆ ਸਾਡੇ ਕੋਲ 58 ਤੋਂ ਲੈ ਕੇ 60 ਤੱਕ ਤੇ 8 ਪਾਰਲੀਮੈਂਟ ਮੈਂਬਰ ਵੀ ਸੀਗੇ। ਅੱਛਾ, ਰੌਲਾ ਪੈ ਰਿਹਾ, ਹੁਣ ਸੱਚਾਈ ਕੀ ਹੈ ਇਹ ਨਹੀਂ ਕਹਿ ਸਕਦੇ। ਉਹੀ ਬੰਦੇ ਨੇ, ਉਹ ਸਵੇਰੇ ਇੱਧਰ ਹੁੰਦੇ ਨੇ, ਸ਼ਾਮ ਨੂੰ ਇੱਧਰ ਹੁੰਦੇ ਨੇ, ਇਹ ਨਹੀਂ ਪਤਾ ਉਹ ਕਿਹੜੀ ਗਿਣਤੀ ਦੇ ਵਿੱਚ, ਜਾਂ ਉਹਨਾਂ ਦੇ ਡੰਮੀ ਨੇ ਜਾਂ ਡਬਲ ਫੋਟੋ ਸਟੇਟ ਕਾਪੀ ਹੈ, ਉਹ ਦਿਖਾ ਦਿੰਦੇ ਨੇ ਆਹ ਦੇਖੋ ਜੀ ਮੇਰੇ ਕੋਲ ਵੀ ਨੇ। ਇਹ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਐਮਐਲਏ ਨੂੰ। ਇਹ ਐਮਐਲਏ ਨੂੰ ਪੰਜਾਬ ਦੇ ਹਿੱਤ ਵਾਸਤੇ ਇੱਕ ਪਾਸੇ ਖੜਨਾ ਚਾਹੀਦਾ, ਜਾਂ ਤਾਂ ਸਿੱਧੂ ਨਾਲੇ ਖੜਨ ਜਾਂ ਮਹਾਰਾਜਾ ਵਰਿੰਦਰ ਨਾਲ ਖੜਨ। ਇਸ ਤਰ੍ਹਾਂ ਡਬਲ ਰੋਲ ਕਰਕੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਨਾ ਬਣਾਓ। ਨਹੀਂ, ਜੇਕਰ ਐਮਐਲਏ ਜਿਵੇਂ ਤੁਸੀਂ ਦੱਸ ਰਹੇ ਡੰਮੀ ਬਣ ਚੁੱਕੇ ਨੇ ਜੀ, ਕਦੇ ਉਸ ਸਾਈਡ ਤੇ ਕਦੇ ਉਸ ਸਾਈਡ ਦੇ ਵਿੱਚ, ਜਿਹੜੇ ਐਮਐਲਏ ਸਿਰਫ ਆਪਣੇ ਲਈ ਸੋਚ ਰਹੇ ਨੇ ਕਿ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ, ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਵਿਧਾਨ ਸਭਾ ਵਿੱਚ ਭੇਜਿਆ ਹੋਇਆ ਜੀ। ਮਾਨ ਸਾਹਿਬ, ਬਹੁਤ ਤੁਸੀਂ ਵਧੀਆ ਗੱਲ ਕਹੀ ਹੈ। ਉਹਨਾਂ ਕੋਲ 4.5 ਸਾਲ 'ਚ ਟਾਈਮ ਨਹੀਂ ਲੱਗਿਆ ਹੈਗਾ ਜੀ। 4.5 ਸਾਲ ਦੇ ਵਿੱਚ ਉਹਨਾਂ ਕੋਲ ਟਾਈਮ ਨਹੀਂ ਲੱਗਿਆ ਕਿ ਅਸੀਂ ਲੋਕਾਂ ਵਾਸਤੇ ਸੋਚੀਏ। ਹਾਂ, ਉਹਨੇ ਸੋਚਿਆ ਜ਼ਰੂਰ ਹੈ। ਉਹਨਾਂ ਨੇ ਸੋਚਿਆ ਆਪਣੇ ਬਾਰੇ, ਕੋਈ ਸ਼ਰਾਬ ਦੀਆਂ ਫੈਕਟਰੀਆਂ ਚਲਾ ਰਿਹਾ ਹੈ, ਕੋਈ ਰੇਤੇ ਦੀਆਂ ਖੱਡਾਂ ਚਲਾ ਰਿਹਾ ਹੈ, ਕੋਈ ਬੱਸਾਂ ਦੀ ਟਰਾਂਸਪੋਰਟ ਚਲਾ ਰਿਹਾ ਹੈ, ਕੋਈ ਕੇਬਲ ਮੀਡੀਆ ਚਲਾ ਰਿਹਾ ਹੈ। ਕਿਹੜਾ ਉਹ ਕੰਮ ਹੈ 2 ਨੰਬਰ ਦਾ ਜਿਹੜਾ ਇਹਨਾਂ ਦੇ ਐਮਐਲਏ ਨੇ ਨਹੀਂ ਕੀਤਾ? ਕਿਉਂਕਿ ਪੁੱਛਣ ਵਾਲਾ ਕੋਈ ਹੈ ਨਹੀਂ ਸੀ। ਮਹਾਰਾਜਾ ਸਾਹਿਬ ਸਿਸਵਾ ਪੈਲਸ ਤੋਂ ਬਾਹਰ ਨਹੀਂ ਨਿਕਲਦੇ ਸੀ, ਜਿਹੜੇ ਐਡਵਾਈਜ਼ਰ ਸੀ ਉਹਨਾਂ ਨੂੰ ਖੁੱਲੀਆਂ ਖੇਡਾਂ ਸਨ। ਮੈਂ ਸਮਝਦਾ ਉਹ ਵੀ ਹਿੱਸੇਦਾਰੀ ਹੋਣਗੇ ਜਿਹੜੇ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਸੀਗੇ। ਹੁਣ ਜਦੋਂ ਬਿੱਲੀ ਥੈਲੇ ਤੋਂ ਬਾਹਰ ਆਈ ਹੈ, ਹੁਣ ਹਰ ਇੱਕ ਨੂੰ ਆਪਣੀ ਆਪਣੀ ਪਈ ਹੈ। ਹੁਣ ਸਭ ਦਾ ਪਤਾ ਲੱਗ ਹੀ ਜਾਏਗਾ ਬਹੁਤ ਜਲਦੀ, ਕੋਈ ਦਿਨ ਦੂਰ ਨਹੀਂ ਹੈਗੇ। ਬਿਲਕੁਲ ਜੀ, ਜੇਕਰ 4.5 ਸਾਲ ਦੀ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ 4.5 ਸਾਲ ਤੋਂ ਐਮਐਲਏ ਜਾਂ ਮੰਤਰੀ ਸਿਰਫ ਆਪਣੇ ਲਈ ਸੋਚਿਆ, ਕੋਈ ਵੀ ਐਮਐਲਏ ਜਾਂ ਮੰਤਰੀ ਮੌਜੂਦਾ ਸਰਕਾਰ ਦਾ ਕਦੇ ਵੀ ਕਿਸੇ ਵੀ ਭਾਸ਼ਣ ਦੇ ਵਿੱਚ ਜਾਂ ਉਹਨਾਂ ਨੇ ਕਦੇ ਬਿਆਨ ਨਹੀਂ ਦਿੱਤਾ ਜਿਸ ਦੇ ਵਿੱਚ ਉਹ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਸਕਣ। ਤੁਸੀਂ ਕਿਵੇਂ ਦੇਖ ਰਹੇ ਹੋ? ਨਹੀਂ, ਪ੍ਰਾਪਤੀਆਂ ਤਾਂ ਗਿਣਾਉਣ 'ਚ ਕੋਈ ਪ੍ਰਾਪਤੀ ਹੋਵੇ, ਜਦੋਂ ਪ੍ਰਾਪਤੀ ਕੋਈ ਹੈ ਹੀ ਨਹੀਂ ਤਾਂ ਗਿਣਾਉਣਗੇ ਕੀ? ਇਹ ਤਾਂ ਗਿਣਾਉਣ ਤੋਂ ਰਹੇ ਬਈ ਮੈਂ ਇੰਨੇ ਕਰੋੜ ਸ਼ਰਾਬ ਚੋਂ ਕਮਾ ਲਿਆ, ਮੈਂ ਇੰਨੇ ਕਰੋੜ ਰੁਪਈਆ ਰੇਤੇ ਦੀ ਖੱਡਾਂ ਚੋਂ ਕਮਾ ਲਿਆ, ਮੈਂ ਇੰਨੇ ਕਰੋੜ ਰੁਪਈਆ ਫਲਾਣੀ ਥਾਂ ਤੋਂ ਕਮਾ ਲਿਆ। ਇਹੀ ਇਹਨਾਂ ਦੀਆਂ ਪ੍ਰਾਪਤੀਆਂ ਸੀਗੀਆਂ। ਇਹ ਪ੍ਰਾਪਤੀਆਂ ਲੋਕਾਂ ਨੂੰ ਪਤਾ ਹੈ। ਉਹ ਲੋਕ ਦੱਸਣਗੇ 2022 ਦੇ ਵਿੱਚ ਇਹਨਾਂ ਦੇ 4.5 ਸਾਲ ਦੀਆਂ ਪ੍ਰਾਪਤੀਆਂ ਕੀ ਸੀਗੀਆਂ। ਉਹ 4.5 ਸਾਲ ਦੀਆਂ ਪ੍ਰਾਪਤੀਆਂ ਦਾ 2022 ਦੇ ਵਿੱਚ ਬਿਲਕੁਲ ਨਤੀਜਾ ਸਾਹਮਣੇ ਆ ਜਾਊਗਾ। 2022 ਦੀ ਤੁਸੀਂ ਗੱਲ ਕੀਤੀ ਹੈ ਜੀ, ਮੈਂ ਹੁਣ ਤੁਹਾਡਾ ਧਿਆਨ ਲੈ ਕੇ ਆਵਾਂਗਾ ਹਰੀਸ਼ ਰਾਵਤ ਦੇ ਉਸ ਬਿਆਨ ਦੇ ਵੱਲ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 2022 ਦੀਆਂ ਚੋਣਾਂ ਭਾਵੇਂ ਕਿ ਪ੍ਰਧਾਨ ਅਸੀਂ ਸਿੱਧੂ ਸਾਹਿਬ ਨੂੰ ਨਿਯੁਕਤ ਕਰਤਾ, ਲੇਕਿਨ 2022 ਦੀਆਂ ਚੋਣਾਂ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਨਾਲ ਲੜੂਗੀ। ਇਹਨਾਂ ਦਾ ਬਿਆਨਾਂ ਦਾ ਕੀ ਮਤਲਬ? ਪ੍ਰਧਾਨ ਜੇਕਰ 2022 ਦੇ ਵਿੱਚ ਸੀਐਮ ਜੋ ਸਾਡੇ ਕੈਪਟਨ ਅਮਰਿੰਦਰ ਨੇ ਉਹਨਾਂ ਨੂੰ ਹੀ ਅੱਗੇ ਰੱਖਣਾ ਸੀ ਤਾਂ ਫਿਰ ਪ੍ਰਧਾਨ ਲਾਉਣ ਦੀ ਜ਼ਰੂਰਤ ਕਿਉਂ ਪੈਗੀ? ਜੇਕਰ ਸਿੱਧੂ ਨੂੰ ਅੱਧ ਵਿਚਾਲ
ਚੱਲਦੀ ਸਰਕਾਰ ਦੇ ਵਿੱਚ ਪ੍ਰਧਾਨਗੀ ਦਿੱਤੀ ਤਾਂ ਚਿਹਰਾ ਕੈਪਟਨ ਅਮਰਿੰਦਰ ਕਿਉਂ? ਹਰੀਸ਼ ਰਾਵਤ ਦੇ ਇਸ ਬਿਆਨ ਬਾਰੇ ਕੀ ਕਹੋਗੇ? ਦੇਖੋ, ਦਿੱਲੀ ਵਾਲੇ ਨੇ ਬੜੇ ਸਿਆਣੇ ਨੇ ਜੀ। ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਸੀ ਪਾਰਟੀ ਦੇ ਅੰਦਰੂਨੀਓ ਜੀ। ਇੱਕ ਦੂਜੇ ਦੇ ਉੱਤੇ ਬਹੁਤ ਕੁਝ ਬੋਲਦੇ। ਉਹਨੇ ਸੋਚਿਆ ਵੀ ਕਿਵੇਂ ਪਾਰਟੀ ਨੂੰ ਚੁੱਪ ਕਰਾਇਆ ਜਾਵੇ, ਕਿਉਂਕਿ ਸਿੱਧੂ ਦੇ ਉੱਤੇ ਉਹਨਾਂ ਨੂੰ ਭਰੋਸਾ ਨਹੀਂ ਹੈਗਾ। ਇਹ ਸਿੱਧੂ ਕਦੇ ਤਾਂ ਮੋਦੀ ਨੂੰ 56 ਇੰਚ ਦੀ ਛਾਤੀ ਦੱਸ ਕੇ ਕਹਿੰਦਾ ਦੇਸ਼ ਇਹਨੇ ਬਚਾਇਆ, ਕਦੇ ਮਨਮੋਹਨ ਸਿੰਘ ਸਰਦਾਰ ਨੂੰ ਕਹਿੰਦਾ ਵੀ ਇਸ ਵਰਗਾ ਕੋਈ ਸਰਦਾਰ ਨਹੀਂ, ਸਰਦਾਰ ਅਸਰਦਾਰ ਹੈ, ਕਦੇ ਸੋਨੀਆ ਗਾਂਧੀ ਨੂੰ ਕਹਿੰਦਾ ਇਹ ਮੁੰਨੀ ਬਦਨਾਮ ਹੋ ਗਈ ਜੀ। ਉਹ ਸਭ ਜਾਣਦੇ ਨੇ ਵੀ ਇਹ ਜੋ ਕਰ ਰਿਹਾ ਤੇ ਭਰੋਸਾ ਕੋਈ ਨਹੀਂ ਕਰਦਾ, ਸਿਰਫ ਉਹ ਵੀ ਕੰਮ ਲੈਣ ਦੇ ਮਾਰੇ ਵੀ ਇਹਨੂੰ ਟਿਕਾ ਕੇ ਕਿਵੇਂ ਰੱਖਿਆ ਜਾਵੇ, ਉਹ ਟਿਕਾਉਣ ਦੇ ਮਾਰੇ ਇਹਨੂੰ ਅੱਗੇ ਕੀਤਾ। ਲੇਕਿਨ ਜੋ ਪਾਵਰਾਂ ਨੇ ਜਾਂ ਜੋ ਵੀ ਕਰ ਸਕਦਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਹੈ। ਹਾਂ, ਇਹ ਉਸ ਤੋਂ ਬਾਅਦ ਅੰਮ੍ਰਿਤਸਰ ਗਿਆ। ਅੰਮ੍ਰਿਤਸਰ ਜਾ ਕੇ ਨੇ ਬੜੇ ਲੱਛੇਦਾਰ ਭਾਸ਼ਣ ਦਿੱਤੇ, ਕਹਿੰਦਾ ਬਈ ਮੈਂ ਜਿਹੜੇ 5 ਮੁੱਦੇ ਲੈ ਕੇ ਆਇਆ ਇਹਨਾਂ ਉੱਤੇ ਕੰਮ ਹੋਣਾ ਚਾਹੀਦਾ। ਉਹਨਾਂ ਉੱਤੇ ਕੰਮ ਹੋ ਰਿਹਾ ਸੀਗਾ, ਲੇਕਿਨ ਫਿਰ ਪਤਾ ਨਹੀਂ ਕੀ ਇਹਦੇ ਮਨ 'ਚ ਉੱਠੀ, ਬੰਦੇ ਤਿਆਰ ਕਰਕੇ ਇਹ ਸਵਾਲ ਉਠਾਇਆ ਕਿ ਮਹਾਰਾਜਾ ਅਮਰਿੰਦਰ ਸਿੰਘ ਅਸਤੀਫਾ ਦੇਵੇ। ਅਸੀਂ ਮਹਾਰਾਜਾ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਨਹੀਂ ਮੰਨਦੇ ਹੈਗੇ। ਉਹਨਾਂ ਨੂੰ 5-6 ਮੰਤਰੀਆਂ ਨੂੰ ਅਤੇ ਇੱਕ MLA ਨੂੰ ਕਰਕੇ ਵੀ ਜਾਓ ਦਿੱਲੀ ਜਾ ਕੇ ਉਹ ਕਹੋ ਵੀ ਅਸੀਂ ਉਹਦੇ ਅੰਦਰ ਕੰਮ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਸੋਚਿਆ ਵੀ ਜੇ ਦਿੱਲੀ ਸਿੱਧੇ ਹੀ ਗਏ ਸਾਡੀ ਗੱਲ ਨਹੀਂ ਬਣਨੀ। ਜੋ ਇੰਚਾਰਜ ਹੈ ਪੰਜਾਬ ਦਾ ਹਰੀਸ਼ ਰਾਵਤ ਜੀ, ਉਹਨਾਂ ਕੋਲ ਦੇਹਰਾਦੂਨ ਗਏ। ਦੇਹਰਾਦੂਨ ਜਾ ਕੇ ਉਹਨਾਂ ਨੇ ਪਹਿਲਾਂ ਹੀ ਕਿਹਾ, ਜਦੋਂ ਇਹ ਗਏ जिन्हें भी 4 मंत्री सन, उन्होंने कहा भी तुम यहाँ क्या लेने के लिए आए हैं? वो कहते ये पंजाब, वो कहते पंजाब का मसला है कि सिद्धू साहब आप नहीं से गए, उन्होंने भेजा सी आप पीछे बैक रहे भाई। जो पंजाब का मसला है, पंजाब का आपको प्रधान उसको थाप दिया है, वो मसला हल करेंगे, उनके साथ मसला हल करेगा। और मैं आपको क्लियर बता देता हूँ कि जो 2022 की इलेक्शन आ रही है उसमें जो इलेक्शन लड़ेगा नहीं, जो जिसकी छत्र छाया के नीचे जिसके मुख्यमंत्री की इलेक्शन लड़ी जाएगी वो कैप्टन अमरिंदर सिंह होगा। जब ये बात इन्हें सुनी, इन्हें सोचा तो क्या था, ये क्या बन गया, सोचा की सीगा भाई की बन गया। इन्होंने फिर सोचा भी इत्थे दाल नहीं गली, चलो हुण सोनिया गांधी कोल चलीए। दिल्ली चले गए, दिल्ली जाके राहुल नहीं मिलिया, ਉਹਦੇ ਸੈਕਟਰੀਆਂ ਨੇ ਇਹਨਾਂ ਦੇ ਨਾਲ ਜੋ ਇਹਨਾਂ ਦੇ ਨਾਲ ਕਪੱਤ ਕੀਤੀ ਹੈ ਕਿ ਇਹਨਾਂ ਨੂੰ ਭਜਦਿਆਂ ਨੂੰ ਥਾਂ ਨਹੀਂ ਲੱਭੀ ਹੈਗੀ। ਦੂਜੇ ਦਿਨ ਉਹੀ ਚੰਨੀ ਆ ਕੇ ਮਹਾਰਾਜ ਆ ਕੇ ਛਤਰ ਛਾਇਆ ਥੱਲੇ ਬੈਠ ਗਿਆ ਤੇ ਬਾਕੀ ਚੁੱਪ ਕਰਕੇ ਬੈਠ ਗਏ। ਨਹੀਂ ਇੱਥੇ ਮਤਲਬ ਇਹ ਦੇਖੋ ਜੀ, ਇੱਕ ਪਾਸੇ ਕੈਪਟਨ ਸਰਕਾਰ ਚਲਾ ਰਹੇ ਨੇ, ਦੂਸਰੇ ਪਾਸੇ ਪ੍ਰਧਾਨ ਸਿੱਧੂ ਸਾਹਿਬ ਨੇ ਕਾਂਗਰਸ ਦੇ, ਤੀਸਰੇ ਪਾਸੇ 4 ਮੰਤਰੀ ਤੇ 2 MLA ਸਰਕਾਰ ਦਾ ਤਖਤਾ ਪਲਟ ਕਰਨ ਦੇ ਲਈ, ਆਪਣੀ ਹੀ ਸਰਕਾਰ ਦਾ ਤਖਤਾ ਪਲਟ ਕਰਨ ਦੇ ਲਈ ਹਰੀਸ਼ ਰਾਵਤ ਜੀ ਨੂੰ ਉੱਤਰਾਖੰਡ ਜਾ ਕੇ ਮਿਲਦੇ ਨੇ। ਕਾਂਗਰਸ ਸਟੈਂਡ ਕਿੱਥੇ ਕਰ ਰਹੀ ਹੈ ਕਿ ਉਹ ਪ੍ਰਧਾਨ ਦੀ ਵੀ ਨਹੀਂ ਮੰਨਦੀ, ਕਿ ਉਹ ਕੈਪਟਨ ਅਮਰਿੰਦਰ ਦੀ ਵੀ ਨਹੀਂ ਮੰਨਦੀ, ਕਿ ਉਹ ਸਿਰਫ ਔਰ ਸਿਰਫ ਦਿੱਲੀ ਦੇ ਆਰਡਰ ਨੂੰ ਮੰਨੂ। ਕਾਂਗਰਸ ਸਟੈਂਡ ਕੀ ਕਰ ਰਹੀ ਹੈ ਜੀ? ਕਿੱਥੇ ਸਟੈਂਡ ਕਾਂਗਰਸ ਦਾ? ਦੇਖੋ ਕਿੰਨੇ ਧੜੇ ਨੇ ਕਾਂਗਰਸ ਦੇ ਵਿੱਚ ਧੜੇ ਤਾਂ ਪਹਿਲਾਂ 2 ਸੀ, ਹੁਣ ਮੇਰੇ ਖਿਆਲ 3 ਬਣ ਜਾਣਗੇ। ਬਿਲਕੁਲ ਸਰ, ਕਿਉਂਕਿ 4 ਮੰਤਰੀ ਮੌਜੂਦਾ ਸਰਕਾਰ ਦੇ ਮੰਤਰੀ ਤੇ 2 MLA ਇੱਕ ਵੱਖਰੀ ਟੀਮ ਬਣਾ ਕੇ, ਜਦੋਂ ਕਿ ਉਹ ਪ੍ਰਧਾਨ ਨੂੰ ਨਾਲ ਲੈ ਕੇ ਜਾ ਸਕਦੇ, ਕਿਉਂਕਿ ਪ੍ਰਧਾਨ ਅਜੇ ਜਸਟ 20-25 ਦਿਨ ਪਹਿਲਾਂ ਪ੍ਰਧਾਨ ਥਾਪੇ ਨੇ ਸਿੱਧੂ ਸਾਹਿਬ। ਪ੍ਰਧਾਨ ਬੈਕ ਸਪੋਰਟ ਕਰ ਰਿਹਾ ਹੈ, ਪ੍ਰਧਾਨ ਨਾਲ ਨਹੀਂ ਜਾ ਰਿਹਾ, ਉਹਨਾਂ ਨੂੰ ਅੱਗੇ ਲਾਇਆ ਹੈ, ਪਿੱਛੋਂ ਪੰਪ ਕਰ ਰਿਹਾ ਵੀ ਤੁਸੀਂ ਜਾਓ, ਪਿੱਛੇ ਤੁਹਾਡੇ ਮੈਂ ਹੈਗਾ। ਨਹੀਂ ਫਿਰ ਪ੍ਰਧਾਨ ਦੇ ਕੀ ਕੰਮ ਨੇ ਜੀ? ਪ੍ਰਧਾਨ ਦੀ ਸਿਰਫ ਇੱਕੋ ਇੱਕ ਸੋਚ ਹੈ, ਮੈਂ ਕਿਵੇਂ ਨਾ ਕਿਵੇਂ ਮੁੱਖ ਮੰਤਰੀ ਦੀ ਕੁਰਸੀ ਨੂੰ ਹਥਿਆਵਾਂ ਤੇ ਮਹਾਰਾਜਾ ਅਮਰਿੰਦਰ ਸਿੰਘ ਨੂੰ ਨੋ ਕੌਨਫੀਡੈਂਸ ਦਾ ਮਤਾ ਲਿਆ ਕੇ ਇਹਨੂੰ। ਤਾਂ ਹੀ ਜਦੋਂ ਉੱਥੋਂ ਜਵਾਬ ਮਿਲ ਗਿਆ, ਕੋਰਾ ਜਵਾਬ ਮਿਲ ਗਿਆ ਕਿ ਮਹਾਰਾਜਾ ਅਮਰਿੰਦਰ ਸਿੰਘ ਅੱਛੇ ਇਨਸਾਨ ਹੈ, ਵਧੀਆ ਉਹ ਕਰ ਰਹੇ ਨੇ, ਅਗਲੀ ਇਲੈਕਸ਼ਨ ਵੀ ਹੁਣ ਇਹਨਾਂ ਨੇ ਆ ਕੇ ਜਦ ਹੀ ਅੰਮ੍ਰਿਤਸਰ ਵੀ ਜਾਂਦਾ, ਕਹਿੰਦਾ ਅਗਰ ਮੈਂ ਪ੍ਰਧਾਨ ਆ, ਮੇਰੇ ਕਿਸੇ ਗੱਲ ਦੇ ਉੱਤੇ ਗੱਲ ਦੇ ਉੱਤੇ ਅਸਰ ਨਾ ਹੋਇਆ ਜਾਂ ਮੇਰੀ ਗੱਲ ਨਾ ਮੰਨੀ ਗਈ, ਮੈਂ ਇੱਟ ਦੇ ਨਾਲ ਇੱਟ ਖੜਕਾ ਦਿਆਂ। ਮੈਂ ਸਮਝਦਾ ਵੀ ਇੱਟ ਦੀ ਇੱਟ ਕੋਈ ਪਾਕਿਸਤਾਨ ਲੜਾਈ ਹੈ ਕਿ ਜਮਰੌਦ ਦੇ ਕਿਲੇ ਦੀ ਲੜਾਈ ਹੈ, ਇੱਟ ਦੇ ਨਾਲ ਤੁਹਾਡੀ ਪਾਰਟੀ ਦੀ ਲੜਾਈ ਹੈ। ਇੱਟ ਦੀ ਇੱਟ ਦਾ ਮਤਲਬ ਇਹ ਵੀ ਕੁਰਸੀ ਖੋਣੀ ਹੈ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ। ਇੱਟ ਦੀ ਇੱਟ ਕਿਹਦੇ ਨਾਲ ਖੜਕਾਉਣਗੇ? ਸੈਂਟਰ ਸਰਕਾਰ ਦੇ ਵਿੱਚ ਜਾ ਕੇ ਸੋਨੀਆ ਜੀ ਨਾਲ ਖੜਕਾਉਣਗੇ ਜਾਂ ਕੈਪਟਨ ਅਮਰਿੰਦਰ ਦੇ ਵਿਰੁੱਧ ਖੜਕਾਉਣਗੇ? ਜੇ ਕਿਹਦੇ ਨਾਲ ਇੱਟ ਦੀ ਇੱਟ ਖੜਕਾਉਣ ਦੀ ਗੱਲ ਕਰ ਰਹੇ ਹੋ? ਇੱਟ ਦਾ ਪਾਰਟੀ ਦੇ ਵਿੱਚ ਬਈ ਕੁਰਸੀ ਪਿੱਛੇ ਇੱਟ ਦੀ ਖੜਕਾਵੇ ਵੀ ਮਹਾਰਾਜਾ ਅਮਰਿੰਦਰ ਨੂੰ ਥੱਲੇ ਗੱਦੀ ਕਰ। ਜੇ ਤੁਸੀਂ ਇੱਟ ਦੀ ਇੱਟ ਖੜਕਾਉਣੀ ਹੈ, ਉਹ 9 ਮਹੀਨਿਆਂ ਤੋਂ ਜ਼ਿਮੀਂਦਾਰ ਬੈਠੇ ਨੇ ਜੀ, 9 ਮਹੀਨੇ ਤੋਂ ਕਿਸਾਨ ਦਿੱਲੀ ਦੇ ਬਰੂਹਾਂ ਦੇ ਉੱਤੇ ਬੈਠੇ ਨੇ। 600 ਤੋਂ ਵੱਧ ਸਾਡੇ ਕਿਸਾਨ ਭੈਣ ਭਾਈ ਮਾਤਾਵਾਂ ਮਰ ਚੁੱਕੇ ਨੇ। ਜਾ ਕੇ ਮੋਦੀ ਦੇ ਟੱਕਰ ਮਾਰੋ, ਇੱਟ ਨਾਲ ਇੱਟ ਖੜਕਾਓ ਤਾਂ ਕਿ ਪਤਾ ਲੱਗੇ ਤੁਸੀਂ ਹਮੈਤੀ ਹੋ।
ਕਿਸਾਨਾਂ ਦੇ, ਤੁਸੀਂ ਹਮਾਇਤੀ ਹੋ ਪੰਜਾਬੀਆਂ ਦੇ, ਤੁਸੀਂ ਹਮਾਇਤੀ ਹੋ ਇਨਸਾਨੀਅਤ ਦੇ। ਤੁਸੀਂ ਘਰ ਦੇ ਵਿੱਚ ਇੱਟ ਖੜਾ ਕੇ ਇੱਕ ਡਰਾਮਾ ਕਰ ਰਹੇ ਹੋ। ਇਹ ਤੁਹਾਡਾ ਆਪ 'ਚ ਮਿਲਿਆ ਹੋਇਆ ਹੈ, ਕਿਉਂਕਿ 4.5 ਸਾਲ ਦੀਆਂ ਨਾਕਾਮੀਆਂ ਤੁਸੀਂ ਛਪਾਉਣਾ ਚਾਹੁੰਦੇ ਹੋ ਕਿ ਲੋਕਾਂ ਦਾ ਧਿਆਨ ਇੱਧਰ ਆ ਜਾਏ, ਤੇ ਲੋਕਾਂ ਦੇ ਧਿਆਨ ਇੱਧਰ ਆਉਣ ਤੋਂ ਬਾਅਦ ਅਸੀਂ ਆਪਣਾ 2024 ਵਾਲੀ ਇਲੈਕਸ਼ਨ 2022 ਵਾਲੀ ਇਲੈਕਸ਼ਨ ਦੇ ਵਿੱਚ ਇਹ ਗੱਲ ਕਰੀਏ। ਸੋ ਖਾਨਪੁਰ ਸਾਹਿਬ, ਹੁਣ ਮੈਂ ਗੱਲ ਕਰਾਂ ਜੇਕਰ ਦੂਸਰੀਆਂ ਪਾਰਟੀਆਂ ਦੀ ਜਾਂ ਫੋਰਨ ਦੀਆਂ ਸਰਕਾਰਾਂ ਦੀ, ਕਿਉਂਕਿ ਅਸੀਂ ਗੱਲਾਂ ਤਾਂ ਕਰਦੇ ਹਾਂ ਫੋਰਨ ਦੀਆਂ ਵੀ, ਫੋਰਨ ਦੇ ਵਿੱਚ ਇਸ ਤਰ੍ਹਾਂ ਰੂਲਿੰਗ ਚੱਲਦੀ ਹੈ। ਉੱਥੇ ਜਦੋਂ ਸਰਕਾਰ ਰੂਲਿੰਗ ਪਾਰਟੀ ਦੇ 3 ਜਾਂ 4 ਮਹੀਨੇ ਜਾਂ 6 ਮਹੀਨੇ ਰਹਿ ਜਾਂਦੇ ਨੇ, ਤਾਂ ਉਹ ਸਰਕਾਰੀ ਨੁਮਾਇੰਦੇ, ਮੰਤਰੀ ਜਾਂ CM ਜਾਂ PM ਉੱਥੇ ਦੇ ਆਪਣੀਆਂ ਪ੍ਰਾਪਤੀਆਂ ਗਿਣਾਉਣੀਆਂ ਸ਼ੁਰੂ ਕਰ ਦਿੰਦੇ ਨੇ। ਲੇਕਿਨ ਪੰਜਾਬ ਦੇ ਵਿੱਚ ਉਲਟ ਹੋ ਰਿਹਾ, ਪ੍ਰਾਪਤੀ ਕੋਈ ਨਹੀਂ ਗਿਣਾ ਰਹੇ, ਸਿਰਫ ਔਰ ਸਿਰਫ ਇੱਕ ਦੂਜੇ ਨਾਲ ਜੋੜ ਤੋੜ ਸ਼ੁਰੂ ਹੋ ਗਏ ਨੇ। ਪਹਿਲਾਂ ਭੱਠਲ ਦੇ ਗੁਣ ਗਾਏ ਨੇ ਜੀ ਸਿੱਧੂ ਸਾਹਿਬ ਨੇ, ਦੱਸਿਆ ਵੀ ਮੈਂ ਇਹਨਾਂ ਦੀ ਗੋਦ ਵਿੱਚ ਖੇਡਿਆ, ਤੇ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਜੋ CM ਨੇ ਪੰਜਾਬ ਦੇ, ਆਪਣੀ ਬੇਟੀ ਨੂੰ ਲੈ ਕੇ ਭੱਠਲ ਜੀ ਕੋਲ ਗਏ ਨੇਗੇ। ਇਸ ਮੁਲਾਕਾਤ ਨੂੰ ਕਿਸ ਨਜ਼ਰੀਏ ਨਾਲ ਦੇਖੋਗੇ? ਮਾਨ ਸਾਹਿਬ, ਤੁਸੀਂ ਬਾਹਰਲੇ ਦੇਸ਼ ਦੀ ਗੱਲ ਕੀਤੀ ਹੈ ਜੀ। ਬਾਹਰਲੇ ਦੇਸ਼ ਦੇ ਵਿੱਚ ਆਪਣੇ ਕੀਤੇ ਹੋਏ ਕੰਮ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਜੀ। ਉਹ ਕੰਮ ਆਪ ਬੋਲਦੇ ਨੇ। ਜਦੋਂ ਲੋਕਾਂ ਨੂੰ ਹਰ ਸਹੂਲਤ ਉਹਨਾਂ ਦੇ ਘਰ ਤੱਕ, ਉਹਨਾਂ ਦੇ ਦਫ਼ਤਰਾਂ ਤੱਕ, ਉਹਨਾਂ ਦੀ ਹੈਲਥ ਤੱਕ, ਉਹਨਾਂ ਦੀ ਐਜੂਕੇਸ਼ਨ ਤੱਕ ਉਹਨਾਂ ਨੂੰ ਸਹੂਲਤ ਮਿਲਦੀ ਹੈ, ਤਾਂ ਕਿਸੇ ਨੂੰ ਦੱਸਣ ਕਹਤੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ ਹੈ। ਸਾਡੇ ਸਾਹਮਣੇ ਚੀਜ਼ ਜਿਹੜੀ ਦਿਖ ਰਹੀ ਹੈ, ਉਹ ਦੱਸਣ ਦੀ ਕੀ ਲੋੜ ਹੈ ਵੀ ਕੀ ਚੀਜ਼ ਪਈ ਹੈ। ਇਹ ਤਾਂ ਸਿਰਫ ਉਹੀ ਲੋਕ ਆਪਣੇ ਗੁਣ ਦੱਸਦੇ ਨੇ ਜਿਨ੍ਹਾਂ ਪੱਲੇ ਗੁਣ ਨਹੀਂ ਹੁੰਦੇ। ਬੜੇ ਬੜਾਈ ਨਾ ਕਰੇ, ਬੜੇ ਨਾ ਬੋਲੇ ਬੋਲ, ਰਹਿਮਨ ਹੀਰਾ ਕਬ ਕਹੇ ਲੱਖ ਟਕਾ ਮੇਰਾ ਮੋਲ। ਕਦੇ ਹੀਰੇ ਨੂੰ ਆਪਣੀ ਕੀਮਤ ਦੱਸਣ ਦੀ ਲੋੜ ਨਹੀਂ ਪਈ। ਹਮੇਸ਼ਾ ਕੀਮਤ ਮਲੰਮੇ ਦੀ ਕਹਿੰਦੀ ਹੈ, ਜਾਂ ਜੋ ਡੁਪਲੀਕੇਟ ਹੁੰਦਾ ਹੈ ਉਹ ਅਸਲੀ ਬਣਨ ਦੇ ਬਾਰੇ ਕਹਿੰਦਾ ਮੈਂ ਅਸਲੀ ਹਾਂ, ਮੈਂ ਨਕਲੀ ਨਹੀਂ ਹੈਗਾ। ਇਸ ਲਈ ਇਹ ਨਕਲੀ ਨੇ ਕੰਮ ਦਾ ਕੋਈ ਕੀਤੇ ਨਹੀਂ। ਹੁਣ ਕਿ ਉਪਲਬਧੀਆਂ ਕੀ ਗਿਣਾਉਣਗੇ? ਹੁਣ ਤਾਂ ਇੱਕ ਦੂਸਰੇ ਕੁਰਸੀ ਨੂੰ ਹੱਥ ਨੇ, ਜਿਵੇਂ ਮਰਜ਼ੀ ਪਾ ਲੈਣ। ਲੋਕ ਸਮਝੇ ਹੋਏ ਨੇ ਇਹਨਾਂ ਦਾ ਬੁਰੀ ਤਰ੍ਹਾਂ। ਉਹ ਜਨਾਜ਼ਾ 2022 ਦੇ ਵਿੱਚ ਨਿਕਲੇਗਾ। ਕਿਸਾਨਾਂ ਨੇ ਇਹਨਾਂ ਨੂੰ ਪਿੰਡਾਂ ਵਿੱਚ ਵੜਨਾ ਬੰਦ ਕੀਤਾ ਹੋਇਆ। ਇਹ ਕੋਈ ਇਹਨਾਂ ਦਾ ਫੰਕਸ਼ਨ ਨਹੀਂ ਹੁੰਦਾ। ਪਰ ਫੰਕਸ਼ਨ ਨੇ ਕਰਨਾ ਕੀ ਹੈ? ਇਹ ਤਾਂ ਆਪੇ ਕਾਟੋ ਕਲੇਸ਼ ਦੇ ਵਿੱਚ ਪਏ ਹੋਏ ਨੇ। ਆਪ ਦੇ ਵਿੱਚ 2 ਦੇ 3 ਧੜੇ ਬਣ ਗਏ, ਹੋ ਸਕਦਾ 3 ਦੇ 4 ਵੀ ਬਣ ਜਾਣ ਇਹਨਾਂ ਦੇ ਹੱਥੋਂ। 4-5 ਮਹੀਨੇ ਰਹਿੰਦੇ ਨੇ ਜੀ, ਅਜੇ 4-5 ਮਹੀਨੇ ਨੇ, ਬੜਾ ਅੱਗੇ ਕੁਝ ਹੋਣਾ ਜੀ। ਤੇ ਸਰ ਮੈਂ ਗੱਲ ਕਰੀ ਸੀਗੀ ਵੀ ਭੱਠਲ ਮੈਡਮ ਨੂੰ ਮਿਲਣ ਵਾਸਤੇ, ਜੋ ਸਾਬਕਾ CM ਰਹੇ ਨੇ ਪੰਜਾਬ ਦੇ, ਉਹਨਾਂ ਨੂੰ ਮਿਲਣ ਲਈ ਕੈਪਟਨ ਅਮਰਿੰਦਰ ਸਿੰਘ ਖੁਦ ਗਏ ਨੇ ਆਪਣੀ ਬੇਟੀ ਨੂੰ ਲੈ ਕੇ। ਇਸ ਮੁਲਾਕਾਤ ਨੂੰ ਕਿਸ ਨਜ਼ਰੀਏ ਨਾਲ ਦੇਖੋਗੇ? ਦੇਖੋ, ਭੱਠਲ ਬੜੇ ਸਤਿਕਾਰਯੋਗ ਲੀਡਰ ਨੇ ਜੀ। ਇੱਕ ਬਹੁਤ ਹੀ ਤਕੜੇ ਫਰੀडम ਫਾਈਟਰਸ ਹੈ, ਹੀਰਾ ਸਿੰਘ ਦੀ ਬੇਟੀ ਨੇ ਜੀ, ਤੇ ਮੁੱਖ ਮੰਤਰੀ ਪੰਜਾਬ ਦੇ ਰਹੇ ਨੇ। ਜਦੋਂ ਪਿਛਲੀ ਵਾਰ ਉਹ MLA ਬਣੇ, ਉਹ ਵੀ ਮਹਾਰਾਜ ਦੇ ਖਿਲਾਫ ਪਹੁੰਚੇ ਸੀ ਦਿੱਲੀ ਲੈ ਕੇ ਆਪਣੇ ਬੰਦੇ, ਲੇਕਿਨ ਉਹਨਾਂ ਨੂੰ ਪ੍ਰਾਪਤੀ ਹੋ ਗਈ ਸੀ, ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਲਾ ਦਿੱਤਾ ਗਿਆ ਸੀ ਜੀ। ਤੇ ਹੁਣ ਮਹਾਰਾਜ ਦੇ ਖਿਲਾਫ ਸਿੱਧੂ ਸਾਹਿਬ ਗਏ, ਉਹਨਾਂ ਨੂੰ ਕਾਂਗਰਸ ਪ੍ਰਧਾਨ ਬਣਾਤਾ ਜੀ। 2 ਪ੍ਰਾਪਤੀਆਂ ਹੋ ਗਈਆਂ ਜੀ। ਤੇ ਜਿਸ ਦਿਨ ਇਹ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਸਾਹਿਬ ਬੀਬੀ ਦੇ ਘਰ ਗਏ ਨੇ। ਬੀਬੀ ਨੇ ਬੜੇ ਪਿਆਰ ਨਾਲ ਕਿਹਾ ਕਿ ਇਹ ਬੇਟਾ ਬੜਾ ਹੋਣਹਾਰ ਹੈ, ਮੈਂ ਤਾਂ ਇਹਨੂੰ ਨਿਆਲੇ ਹੁੰਦੇ ਨੂੰ ਵੀ ਖਿਡਾਉਂਦੀ ਰਹੀ ਆ। ਤੇ ਜਦੋਂ ਮੇਰੇ ਪਿਤਾ ਜੀ ਪਟਿਆਲੇ ਆਉਂਦੇ ਸੀਗੇ, ਇਹਨਾਂ ਦੇ ਪਿਤਾ ਸਾਹਿਬ ਭਗਵੰਤ ਸਿੰਘ ਜੀ ਦੇ ਘਰ ਠਹਿਰਦੇ ਹੁੰਦੇ ਸੀ। ਠੀਕ ਹੈ, ਫਰਜ਼ ਬਣਦਾ ਹੈ, ਸਿਆਣੇ ਸੀ। ਲੇਕਿਨ ਕੱਲ ਕੈਪਟਨ ਅਮਰਿੰਦਰ ਸਿੰਘ ਜੀ ਆਪਣੀ ਬੇਟੀ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਗਏ। ਜੈਇੰਦਰ ਕੌਰ ਨੂੰ ਲੈ ਕੇ ਗਏ, ਬੜਾ ਸਤਿਕਾਰ ਕੀਤਾ। ਉਹਨੇ ਕਿਹਾ ਬਹੁਤ ਸਿਆਣੇ ਨੇ, ਨਾ ਤਾਂ ਉਹਨਾਂ ਨਾਲ ਵਿਗਾੜੀ ਹੈ, ਨਾ ਇਹਨਾਂ ਨਾਲ ਵਿਗਾੜੀ ਹੈ। ਉਹਨੇ ਕਿਹਾ ਸਭ ਅੱਛਾ ਹੈ, ਦੇਖ ਲਾਂਗੇ ਜੋ ਸਾਡੇ ਮਨ ਦੀ ਗੱਲ ਹੋਏਗੀ। ਘੱਟ ਉਹਦੇ ਨਾਲ ਵੀ ਇਹਨਾਂ ਨੇ ਕੀਤੀ, ਕਾਂਗਰਸ ਨੇ ਪਹਿਲਾਂ, ਜਾਂ ਮਹਾਰਾਜਾ ਸਾਹਿਬ ਨੇ। ਉਹ ਸਿਆਸੀ ਬੰਦਾ ਹਮੇਸ਼ਾ ਗੱਲ ਮੂੰਹ ਤੋਂ ਕਹੇ ਨਾ ਕਹੇ, ਆਪਣੇ ਅੰਦਰ ਜ਼ਰੂਰ ਗੱਲ ਰੱਖਦਾ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਊਂਟ ਕਿਹੜੀ ਕਰਵਟ ਬਹਿੰਦਾ। ਕੈਪਟਨ ਸਾਹਿਬ ਦੇ ਇੱਕ ਫਲੈਕਸ ਬੋਰਡ ਬਹੁਤ ਥਾਂ ਲੱਗੇ ਹੋਏ ਨੇ ਜੀ, ਪੰਜਾਬ ਦੇ ਹਰ ਇੱਕ ਵੱਡੇ ਸ਼ਹਿਰ ਦੇ ਵਿੱਚ, ਹਰ ਇੱਕ ਚੌਰਾਹੇ ਦੇ ਵਿੱਚ, ਹਰ ਇੱਕ ਚੌਂਕ ਦੇਖਦੇ ਨੇ ਕਿ ਕੈਪਟਨ ਇੱਕ ਹੀ ਹੁੰਦਾ ਹੈ। ਇਹ ਕਿਹਨੂੰ ਦੱਸਣ ਦੀ ਕੋਸ਼ਿਸ਼ ਹੈ ਜੀ? ਕੈਪਟਨ ਇੱਕ ਹੀ ਹੈ, ਕਾਂਗਰਸ ਦਾ ਕੈਪਟਨ ਇੱਕ ਹੀ ਹੈ ਤੇ ਇੱਕ ਹੀ ਰਹੂਗਾ। ਇਹ ਕਿਹਨੂੰ ਦੱਸਣ ਲਈ ਕਿਹਾ? ਇਹ ਦੱਸਣ ਦੀ ਤਾਂ ਲੋੜ ਪਈ ਹੈ, ਜਦੋਂ ਪਿਛਲੀ ਵਾਰ ਸਿੱਧੂ ਜੀ BJP ਛੱਡ ਗਿਆ ਸੀ, ਕਹਿੰਦਾ ਮੇਰਾ ਕੈਪਟਨ ਇਹ ਨਹੀਂ ਹੈ ਜੀ, ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ ਜੀ। ਹੁਣ ਜਦੋਂ ਰਾਹੁਲ ਗਾਂਧੀ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹਰੀ ਝੰਡੀ ਮਿਲ ਗਈ, ਤਾਂ ਇਹਨਾਂ ਨੇ ਬੋਰਡ ਲਾ ਦੇ ਆਪਣੇ ਵੀ ਕੈਪਟਨ ਇੱਕ ਹੀ ਹੈ ਪੰਜਾਬ 'ਚ, ਦੂਜਾ ਕੈਪਟਨ ਨਹੀਂ ਹੈਗਾ ਪੰਜਾਬ ਦੇ ਵਿੱਚ, ਸਿਰਫ ਇੱਕੇ ਕੈਪਟਨ ਅਮਰਿੰਦਰ ਸਿੰਘ ਹੈ। ਸੋ ਜਿਵੇਂ ਸਰ ਕਾਂਗਰਸ ਦੇ ਵਿੱਚ ਜੋੜ ਤੋੜ ਚੱਲ ਰਿਹਾ ਹੈਗਾ, ਇੱਕ ਪਿੱਛੇ ਜੇ ਬੜੀ ਵੱਡੀ ਆਵਾਜ਼ ਉੱਠੀ ਸੀ ਵੀ ਭਾਜਪਾ ਨੂੰ ਵੀ ਇੱਕ ਨਵਾਂ ਕੈਪਟਨ ਮਿਲਣ ਜਾ ਰਿਹਾ, ਇਸ਼ਾਰਾ ਕਿੱਥੇ ਸੀ? ਇਸ਼ਾਰਾ ਮਾਨ ਸਾਹਿਬ ਇਹ ਸੀਗਾ, ਜਦੋਂ ਕੈਪਟਨ ਅਮਰਿੰਦਰ ਸਿੰਘ ਪਿਛਲੇ ਹਫ਼ਤੇ ਜੀ
ਦਿੱਲੀ ਗਏ ਨੇ, ਅੰਮ੍ਰਿਤ ਸ਼ਾਹ ਨੂੰ ਮਿਲ ਕੇ ਆਏ ਨੇ। ਜੀ ਇਹ ਤਾਂ ਕਹਿੰਦੇ ਨੇ ਮੈਂ ਗਿਆ ਸੀਗਾ ਵੀ ਕਿਸਾਨਾਂ ਦੇ ਮਸਲੇ ਹੱਲ ਕਰੋ, ਜੋ ਸਾਡੇ ਪੰਜਾਬ ਦਾ ਤੁਹਾਡੇ ਵੱਲ ਪੈਸਾ ਖੜਿਆ ਉਹ ਦਿਓ, ਲੇਕਿਨ ਉਹਨਾਂ ਮਿਲਣ ਤੋਂ ਬਾਅਦ ਉਹਨਾਂ ਨੂੰ 12-1 ਵਜੇ ਮਿਲੇ ਨੇ ਤੇ ਸ਼ਾਮੀ 7 ਵਜੇ ਪ੍ਰਾਈਮ ਮਿਨਿਸਟਰ ਤੋਂ ਟਾਈਮ ਲੈ ਕੇ ਅੰਮ੍ਰਿਤ ਸ਼ਾਹ ਨੇ ਜੀ ਪ੍ਰਾਈਮ ਮਿਨਿਸਟਰ ਨੂੰ ਅਮਰਿੰਦਰ ਸਿੰਘ ਨੂੰ ਮਿਲਾਇਆ। ਹਾਲਾਂਕਿ ਪ੍ਰਾਈਮ ਮਿਨਿਸਟਰ ਕੋਲ ਟਾਈਮ ਨਹੀਂ ਹੁੰਦਾ ਮਿਲਦਾ ਜੀ, ਪ੍ਰਾਈਮ ਮਿਨਿਸਟਰ ਨੂੰ ਲਾਵੇ ਕਈ ਦਿਨ ਲੱਗ ਜਾਂਦੇ ਨੇ, ਉਹ ਮਿਲਦੇ ਨਹੀਂ। ਪਰ ਇਹਨਾਂ ਨੂੰ ਉਹ ਮਿਲੇ ਨੇ, ਇਹਨਾਂ ਦੀ ਬੰਦ ਕਮਰੇ ਵਿੱਚ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਇਹ ਤਾਂ ਇਹੀ ਜਾਣਦੇ ਨੇ। ਲੇਕਿਨ ਲੋਕਾਂ ਦਾ ਇਹ ਹੈ ਕਿ ਉਹ ਸਿਆਸੀ ਬੰਦੇ ਨੂੰ ਤਾਂ ਕੁਰਸੀ ਚਾਹੀਦੀ ਹੈ, ਚਾਹੇ ਉਹ ਬੀਜੇਪੀ ਵੱਲੋਂ ਮਿਲ ਜੇ, ਚਾਹੇ ਆਪ ਵੱਲੋਂ ਮਿਲ ਜੇ, ਚਾਹੇ ਅਕਾਲੀ ਦਲ ਵੱਲੋਂ ਮਿਲ ਜੇ, ਚਾਹੇ ਕਾਂਗਰਸ ਵੱਲੋਂ ਮਿਲ ਜੇ। ਇਸ ਲਈ ਕੁਝ ਨਹੀਂ ਕਹਿ ਸਕਦੇ ਕੁਰਸੀ ਕਿਹੜੇ ਪਾਸਿਓਂ ਮਿਲਦੀ ਹੈ, ਸਿਆਸੀ ਬੰਦੇ ਦੀ ਕੀ ਸੋਚ ਹੈ, ਉਹਨੇ ਕੀ ਸਟੈਂਡ ਲੈਣਾ ਹੈ। ਇਸ ਲਈ ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਸੋ ਖਾਨਪੁਰ ਸਾਹਿਬ, ਜੇ ਹੁਣ ਫਿਊਚਰ ਦੀ ਗੱਲ, ਕਿਉਂਕਿ ਫਿਊਚਰ ਦੇ ਗਰਭ ਵਿੱਚ ਕੀ ਹੈ ਨਹੀਂ ਪਤਾ, ਲੇਕਿਨ ਜੇ ਗੱਲ ਕਰੀਏ ਕਿਉਂਕਿ ਜਿਸ ਤਰ੍ਹਾਂ ਜੋੜ ਤੋੜ ਚੱਲ ਰਹੀ ਹੈ, ਕਾਂਗਰਸ ਦੇ ਜੋ ਲੀਡਰ ਨੇ ਉਹਨਾਂ ਦਾ ਬਹੁਤ ਜ਼ੋਰ ਲੱਗਿਆ ਵੀ ਸੀ ਕੈਪਟਨ ਸਾਹਿਬ ਨੂੰ ਲਾਂਭੇ ਕਰ ਦਈਏ, ਉਹਨਾਂ ਦੇ ਮੰਤਰੀ ਉਹਨਾਂ ਦੇ ਅਗੇਂਸਟ ਚੱਲ ਰਹੇ ਨੇ, ਬਾਕੀ ਸਿੱਧੂ ਸਾਹਿਬ ਤਾਂ ਜੱਗ ਜ਼ਾਹਰ ਹੈ ਵੀ ਅਗੇਂਸਟ ਚੱਲ ਰਹੇ ਨੇ। ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅਮਿਤ ਸ਼ਾਹ ਨਾਲ ਮੀਟਿੰਗ ਹੋ ਰਹੀ ਹੈ, PM ਨਾਲ ਮੀਟਿੰਗ ਹੋ ਰਹੀ ਹੈ ਕੈਪਟਨ ਅਮਰਿੰਦਰ ਦੀ, ਕੀ ਆਉਣ ਵਾਲੇ ਸਮੇਂ ਦੇ ਵਿੱਚ, ਲਾਸਟ ਸਵਾਲ ਹੈ ਤੁਹਾਡੇ ਲਈ ਜੀ, ਕੀ ਆਉਣ ਵਾਲੇ ਸਮੇਂ ਦੇ ਵਿੱਚ BJP ਨੂੰ ਵੀ ਇੱਕ ਨਵਾਂ ਕੈਪਟਨ ਮਿਲ ਸਕਦਾ ਹੈ? ਦੇਖੋ BJP ਹਾਲਾਂਕਿ ਉਹਨਾਂ ਨੂੰ ਕੋਈ ਪਿੰਡਾਂ ਵਿੱਚ ਵੜ ਨਹੀਂ ਦੇ ਰਿਹਾ ਜੀ, ਪਿੰਡਾਂ 'ਚ ਕੀ ਉਹ ਸ਼ਹਿਰਾਂ ਵਿੱਚ ਵੀ ਕੋਈ ਪ੍ਰੋਗਰਾਮ ਨਹੀਂ ਕਰ ਸਕਦੇ, ਲੇਕਿਨ ਦਾਅਵੇ ਫਿਰ ਕਰਦੇ ਨੇ ਕਿ ਅਸੀਂ 117 ਸੀਟਾਂ ਦੇ ਬੰਦੇ ਖੜੇ ਕਰਾਂਗੇ ਤੇ ਸਾਡੀ ਸਰਕਾਰ ਬਣੂਗੀ, ਅਸੀਂ ਇਹੋ ਜਿਹਾ ਚਿਹਰਾ ਲੈ ਕੇ ਆਵਾਂਗੇ ਜਿਹਨੂੰ ਲੋਕ ਸਵੀਕਾਰ ਕਰਨਗੇ। ਹੋ ਸਕਦਾ ਹੈ ਕਿ ਇਹ ਕੈਪਟਨ ਜਿਹੜਾ ਅੱਜ ਕਾਂਗਰਸ ਦਾ ਕੈਪਟਨ ਹੈ ਕੱਲ ਨੂੰ BJP ਦਾ ਕੈਪਟਨ ਬਣ ਜਾਏ। ਜੇ ਕੋਈ ਸਿੱਧੂ ਨੇ ਇੱਧਰ ਪਵਾੜਾ ਪਾਤਾ, ਕੋਈ ਵੱਡੀ ਗੱਲ ਨਹੀਂ ਕਿ ਕੁਰਸੀ ਵਾਸਤੇ ਇਨਸਾਨ ਕੀ ਨਹੀਂ ਕਰ ਸਕਦਾ। ਪੋਲੀਟੀਸ਼ੀਅਨ ਬੰਦਿਆਂ ਦਾ, ਸਿਆਸੀ ਬੰਦਿਆਂ ਦਾ ਕੋਈ ਕਿਰਦਾਰ ਨਹੀਂ ਜਦੋਂ ਕੁਰਸੀ ਪਿੱਛੇ ਸਭ ਕੁਝ ਆਪਣਾ ਕਰ ਸਕਦੇ ਨੇ। ਬਿਲਕੁਲ ਜੀ। ਸੋ ਇਹ ਸੀ ਜੀ ਪ੍ਰੀਤਮ ਸਿੰਘ ਜੀ ਖਾਨਪੁਰ ਸਾਹਿਬ, ਜੋ ਕਿ ਕਾਫੀ ਲੰਮੇ ਸਮੇਂ ਤੋਂ ਰਾਜਨੀਤੀ ਵਿੱਚ ਨੇ ਤੇ ਇੱਕ ਆਜ਼ਾਦੀ ਘੁਲਾਟੀਏ ਪਰਿਵਾਰ ਨਾਲ ਰਿਲੇਸ਼ਨ ਰੱਖਦੇ ਨੇ। ਸੋ ਇਹਨਾਂ ਨੇ ਬੜੇ ਬਾਖੂਬ ਤਰੀਕੇ ਦੇ ਨਾਲ, ਬੜੇ ਵਿਸਥਾਰ ਦੇ ਨਾਲ ਅੱਜ ਦੀ ਰਾਜਨੀਤੀ ਦੀ ਗੱਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰਧਾਰਾ ਦੀ, ਗੱਲ ਕੀਤੀ ਹੈ ਸਿੱਧੂ ਦੇ ਤੇਵਰਾਂ ਦੀ ਤੇ ਸਿੱਧੂ ਦੇ ਮਨ ਦੀ ਮਨੋਦਸ਼ਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਿੱਧੂ ਦੇ ਦਿਮਾਗ ਵਿੱਚ ਇੱਟ ਨਾ ਇੱਟ ਖੜਕਾਉਣ ਦਾ ਵਿਚਾਰ ਕਿਵੇਂ ਆਇਆ। ਸੋ ਬਹੁਤ ਬਹੁਤ ਧੰਨਵਾਦ ਸਾਹਿਬ, ਤੁਸੀਂ ਬਹੁਤ ਧੰਨਵਾਦ ਜੀ ਸਾਹਿਬ, ਆਪਣੇ ਕੀਮਤੀ ਟਾਈਮ ਚੋਂ ਸਾਡੇ ਚੈਨਲ ਲਈ ਟਾਈਮ ਕੱਢਿਆ ਤੇ ਲੋਕਾਂ ਨੂੰ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੋ ਉਤਲ ਪੁਤਲ ਚੱਲ ਰਹੀ ਹੈ ਉਹਨਾਂ ਬਾਰੇ ਆਪਣੇ ਕੀਮਤੀ ਵਿਚਾਰ ਦੱਸੋ। ਮੈਂ A1 ਮੀਡੀਆ ਦਾ ਤੇ ਸਰੋਤਿਆਂ ਦਾ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।